ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਮਾਂਝ ਮਹਲਾ ਤੀਜਾ। ਸੇ ਸਚ ਲਾਗੇ ਜੋ ਤੁਧ ਪਹਾਏ, ਸਦਾ ਸਚ ਸੇਵਹਿ ਸਹਿਜ ਸੁਭਾਏ। ਸੇ ਸਚ ਲਾਗੇ ਜੋ ਤੁਧ ਭਾਏ, ਸਦਾ ਸਚ ਸੇਵਹਿ ਸਹਿਜ ਸੁਭਾਏ। ਸਚੈ ਸ਼ਬਦ ਸੱਚਾ ਸਾਲਾਹੀ, ਸਚੈ ਮੇਲ ਮਿਲਾਵਣਿਆ। ਹਉ ਵਾਰੀ ਜਿਉ ਵਾਰੀ ਸੱਚ ਸਾਲਾਹਣਿਆ। ਸਚ ਤਿਹਾਇਨ ਸੇ ਸਚ ਰਤੇ, ਸੱਚੇ ਸਚ ਸਮਾਵਣਿਆ। ਰਹਾ ਜਹ ਦੇਖਾਂ ਸਚ ਸਭਨੀ ਥਾਈ, ਗੁਰ ਪ੍ਰਸਾਦੀ ਮਨ ਵਸਾਈ। ਤਨ ਸੱਚਾ ਰਸਨਾ ਸਚ ਰਾਤੀ, ਸਚ ਸੁਣ ਆਖ ਵਖਾਨਣਿਆ। ਮਨਸਾ ਮਾਰ ਸਚ ਸਮਾਣੀ, ਇਨ ਮਨ ਡੀਠੀ ਸਭ ਆਵਣ ਜਾਣੀ। ਸਤਿਗੁਰ ਸੇਵੇ ਸਦਾ ਮਨ ਨਿਹਚਲ, ਨਿਜ ਘਰ ਵਾਸਾ ਪਾਵਣਿਆ। ਗੁਰ ਕੈ ਸ਼ਬਦ ਹਿਰਦੈ ਦਿਖਾਇਆ, ਮਾਇਆ ਮੋਹ ਸ਼ਬਦ ਜਲਾਇਆ। ਸਚੋ ਸੱਚਾ ਵੇਖ ਸਾਲਾਹੀ, ਗੁਰ ਸ਼ਬਦੀ ਸਚ ਪਾਵਣਿਆ। ਜੋ ਸਚ ਰਾਤੇ ਤਿਨ ਸੱਚੀ ਲਿਵ ਲਾਗੀ, ਹਰ ਨਾਮ ਸੰਭਾਲੈ ਸੇ ਵੱਡ ਭਾਗੀ। ਸਚੈ ਸ਼ਬਦ ਆਪ ਮਿਲਾਏ, ਸਤ ਸੰਗਤ ਸਚ ਗੁਣ ਗਾਵਣਿਆ। ਲੇਖਾ ਪੜੀਐ ਜੇ ਲੇਖੇ ਵਿੱਚ ਹੋਵੈ, ਉਹ ਆਗਮ ਅਗੋਚਰ ਸ਼ਬਦ ਸੁਧ ਹੋਵੈ। ਅਨ ਦਿਨ ਸਚ ਸ਼ਬਦ ਸਾਲਾਹੀ, ਹੋਰ ਕੋਏ ਨਾ ਕੀਮਤ ਪਾਵਣਿਆ। ਪੜ ਪੜ ਥਾਕੇ ਸ਼ਾਂਤ ਨ ਆਈ, ਤ੍ਰਿਸ਼ਨਾ ਜਾਲੇ ਸੁਧ ਨਾ ਕਾਈ। ਬਿਖ ਬਿਹਾਜੈ ਬਿਖ ਮੋਹ ਪਿਆਸੇ, ਕੂੜ ਬੋਲ ਬਿਖ ਖਾਵਣਿਆ। ਗੁਰ ਪ੍ਰਸਾਦੀ ਏਕੋ ਜਾਣਾ, ਦੂਜਾ ਮਾਰ ਮਨ ਸੱਚ ਸਮਾਣਾ। ਨਾਨਕ ਏਕੋ ਨਾਮ ਵਰਤੈ, ਮਨ ਅੰਤਰ ਗੁਰ ਪ੍ਰਸਾਦੀ ਪਾਵਣਿਆ। ਗੁਰ ਪ੍ਰਸਾਦੀ ਏਕੋ ਜਾਣਾ, ਦੂਜਾ ਮਾਰ ਮਨ ਸਚ ਸਮਾਣਾ। ਨਾਨਕ ਏਕੋ ਨਾਮ ਵਰਤੈ ਮਨ ਅੰਤਰ, ਗੁਰ ਪ੍ਰਸਾਦੀ ਪਾਵਣਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਸਤਿਗੁਰੂ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ। ਗੁਰੂ ਪਾਤਸ਼ਾਹ ਜੀ ਦੀ ਅਜ਼ੀਮ ਅਪਾਰ ਬਖਸ਼ਿਸ਼, ਢਲਦੀ ਸ਼ਾਮ ਅਸੀਂ ਰੋਜ਼ਾਨਾ ਦੀ ਤਰ੍ਹਾਂ ਸੰਗਤ ਮਾਣ ਰਹੇ ਹਾਂ। ਇਹ ਸਮਾਂ ਗੁਰਬਾਣੀ ਵਿਆਖਿਆ ਦਾ ਹੈ। ਲੜੀਵਾਰ ਗੁਰਸ਼ਬਦਾਂ ਦੀ ਵਿਚਾਰ ਵਿੱਚ ਮਾਝ ਰਾਗ ਇਹ ਵਿਚਾਰਿਆ ਜਾਂਦਾ ਹੈ। ਮਹਲਾ ਤੀਜਾ, ਗੁਰੂ ਅਮਰਦਾਸ ਪਾਤਸ਼ਾਹ ਨਾਨਕ ਜੋਤ ਦੇ ਤੀਸਰੇ ਜਾਨਸ਼ੀਨ, ਉਹਨਾਂ ਦੇ ਉਚਰਿਤ ਕੀਤੀ ਬਾਣੀ ਸਾਨੂੰ ਪ੍ਰਾਪਤ ਆ। ਸਮੁੱਚਾ ਅਸ਼ਟਪਦੀਆਂ ਦਾ ਸ਼ਬਦ ਆਪਨੇ ਪਾਠ ਰੂਪ ਵਿੱਚ ਸਰਵਨ ਕੀਤਾ ਹੈ। ਵਿਚਾਰ ਦੀ ਆਗਾਜ਼ ਰਹਾਉ ਦੇ ਬੰਦ ਤੋਂ ਕਰ ਰਹੇ ਹਾਂ। ਗੁਰਦੇਵ ਜ਼ਿਕਰ ਕਰਦੇ ਨੇ, ਹਉ ਵਾਰੀ ਜਿਉ ਵਾਰੀ ਸੱਚ ਸਲਾਹਣਿਆ। ਸੱਚ ਧਿਆਇਨ ਸੇ ਸੱਚ ਰਾਤੇ, ਸੱਚੇ ਸੱਚ ਸਮਾਵਣਿਆ। ਰਹਾਉ ਹਉ ਵਾਰੀ ਜਿਉ ਵਾਰੀ, ਇਹ ਇਹਨਾਂ ਸ਼ਬਦਾਂ 'ਚ ਵਾਰ-ਵਾਰ ਆ ਰਿਹਾ ਹੈਗਾ। ਇਹਦੇ ਬਾਬਤ ਬੀਤੇ ਸਮੇਂ 'ਚ ਵੀ ਬਾਤ ਕੀਤੀ ਸੀ।
ਆਮ ਪੰਜਾਬੀ ਭਾਸ਼ਾ ਦੇ ਵਿੱਚ ਜਦੋਂ ਕਿਸੇ ਬਾਬਤ ਅਸੀਂ ਐਕਸਟ੍ਰੀਮ ਲੈਵਲ ਦੀ ਰਿਸਪੈਕਟ ਪੇ ਕਰਦੇ ਹਾਂ ਤੇ ਕਿਸੇ ਚੀਜ਼ ਨੂੰ ਅਸੀਂ ਬੜਾ ਆਨਰ ਕਰਦੇ ਹਾਂ ਤੇ ਅਸੀਂ ਉਹਨੂੰ ਕਹਿੰਦੇ ਹਾਂ ਕਿ ਮੈਂ ਤੇਰੇ ਤੋਂ ਆਪਣੀ ਜਾਨ ਵਾਰਦਾ ਹਾਂ। ਸੋ ਦੈਟ ਵੇ ਮਹਾਰਾਜ ਇਜ਼ ਰਾਈਟਿੰਗ ਥੀਸ ਵਰਡਸ ਓਵਰ ਹੇਅਰ। ਕਿਤੇ ਮਾਇਨੇ ਇਹ ਬਣਦੇ ਨੇ ਕਿ ਗੁਰੂ ਬਾਬਾ ਜੀ ਕਹਿੰਦੇ ਕਿ ਉਹ ਮੈਨੂੰ ਜਾਨੋਂ ਪਿਆਰੇ ਨੇ, ਮੈਂ ਆਪਣੀ ਜਾਨ ਵਾਰ ਰਿਹਾ ਉਹਨਾਂ ਤੇ। ਕਿਹਨਾਂ ਦੇ ਉੱਤੇ ਜੀ? ਹਉ ਵਾਰੀ ਜਿਉ ਵਾਰੀ ਸੱਚ ਸਲਾਹਣਿਆ, ਸੱਚ ਸਲਾਹਣਿਆ ਸਲਾਹੁਤਾ। ਤੁਸੀਂ ਗੁਰੂ ਗ੍ਰੰਥ ਸਾਹਿਬ ਸ਼ਬਦ ਪੜ੍ਹਦੇ ਹੋ ਨਿਤਨੇਮ ਦੀ ਬਾਣੀ ਦੇ ਵਿੱਚ, ਜਿਸਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ। ਤੇ ਉਹ ਕਿਉਂ ਹੈ? ਅਮੁੱਲ ਗੁਣ ਉਨ ਅਮੁੱਲ ਵਪਾਰ, ਕਿਉਂਕਿ ਸਾਰੀ ਅਮੁੱਲ ਦੀ ਪੌੜੀ ਸ਼ੁਰੂ ਹੋ ਜਾਂਦੀ ਹੈ। ਮਤਲਬ ਜੀਵਨ ਦੇ ਵਿੱਚ ਹਰ ਚੀਜ਼ ਨੂੰ ਤੁਸੀਂ ਇਵੈਲੂਏਟ ਕਰ ਸਕਦੇ ਹੋ, ਹਰ ਚੀਜ਼ ਨੂੰ। ਕੀ ਸਟੇਟ ਲੈ ਲਓ, ਕੀ ਤੁਸੀਂ ਕੁਦਰਤ ਦੇ ਬਣਾਏ ਹੋਏ ਡਿਫਰੈਂਟ ਬਿਰਖ ਦਰਖਤ, ਕੋਈ ਵੀ ਚੀਜ਼ ਮਨੁੱਖ ਦੁਆਰਾ ਬਣਾਈ ਗਈ ਕੋਈ ਚੀਜ਼, ਈਵਨ ਅੱਜ ਤੇ ਜਿਹੜੀਆਂ ਸਾਡੀਆਂ ਇੰਟੈਲੈਕਚੁਅਲ ਪ੍ਰੋਪਰਟੀਜ਼ ਨੇ ਉਹਨਾਂ ਨੂੰ ਇਵੈਲੂਏਟ ਕੀਤਾ ਜਾਂਦਾ ਹੈ, ਕਿਸ ਕਿਸ ਲੈਵਲ ਦੀ ਹੈ। ਸਭ ਚੀਜ਼ਾਂ ਨੂੰ ਇਵੈਲੂਏਸ਼ਨ ਕਰ ਲਿਆ ਜਾਂਦਾ। ਪਰ ਇੱਕ ਲੈਵਲ ਐਸਾ ਆ, ਐਸੀ ਸਟੇਟ ਆਫ ਮਾਈਂਡ ਜਿਹਦੇ ਵਿੱਚ ਬੰਦੇ ਨੂੰ ਜਿਹੜੇ ਗੁੱਡ ਡੀਡਸ ਨੇ, ਜਿਹੜੀਆਂ ਅੰਦਰ ਦੀਆਂ ਜਿਹੜੇ ਵਰਚੂਜ਼ ਨੇ, ਜਿਹੜੀਆਂ ਕੁਆਲਿਟੀਜ਼ ਨੇ, ਜਿਹੜੀਆਂ ਅੰਦਰ ਬੰਦੇ ਦੀ ਸੁਰਤ 'ਚ ਚੱਲਦੀਆਂ ਨੇ। ਮਤਲਬ ਸਪੋਜ਼ ਇਸ ਲੈਵਲ ਤੇ ਦੇਖਿਆ ਜਾਏ, ਸੱਚ ਬੋਲਣਾ ਚਾਹੀਦਾ ਹੈ, ਕਿਸੇ ਦਾ ਮਾੜਾ ਨਹੀਂ ਕਰਨਾ ਚਾਹੀਦਾ, ਹਮੇਸ਼ਾ ਸਭ ਦਾ ਭਲਾ ਕਰਨਾ ਚਾਹੀਦਾ ਹੈ, ਚੰਗੇ ਕੰਮਾਂ ਲਈ ਤਰਜੀਹ ਦੇਣੀ ਚਾਹੀਦੀ ਹੈ। ਮਤਲਬ ਇਸ ਕਿਸਮ ਦੇ ਚੀਜ਼ਾਂ ਅਸੀਂ ਆਮ ਅੱਛਾਈ ਵਿੱਚ ਗਿਣ ਸਕਦੇ ਹਾਂ। ਕਿਸੇ ਦੀ ਜਾਨ ਨਹੀਂ ਲੈਣੀ, ਕੋਈ ਕਾਨੂੰਨ ਨਹੀਂ ਤੋੜਨਾ, ਕੋਈ ਗਲਤ ਕੰਮ ਨਹੀਂ ਕਰਨਾ। ਮੈਂ ਲੰਬੇ ਸਮੇਂ ਤੋਂ ਜੇਲ੍ਹਾਂ 'ਚ ਕੰਮ ਕਰ ਰਿਹਾ ਐਜ਼ ਏ ਸਪਿਰਿਚੁਅਲ ਕਾਉਂਸਲਰ, ਤੇ ਮੈਂ ਆਪ ਜੀ ਨੂੰ ਬਿਆਨ ਕਰਦਾ ਕਿ ਪੀਪਲ ਹੂ ਆਰ ਸਟੇਇੰਗ ਬਿਹਾਈਂਡ ਦ ਬਾਰਸ, what do you think? They are dumb people? No. They're as smart, as good, as much human being as we are. Then why are staying there? ਕੁਛ ਤੇ ਹੋਏਗਾ। ਐਕਚੁਅਲੀ ਸਾਨੂੰ ਸ਼ਾਇਦ ਉਹੋ ਜਿਹੀ ਸਿਚੁਏਸ਼ਨ ਨਹੀਂ ਅਕਰ ਹੋਈ, ਉਹਨਾਂ ਮੂਮੈਂਟ 'ਚ ਸਾਨੂੰ ਨਹੀਂ ਕੁਦਰਤ ਨੇ ਪਾਇਆ ਜਿਨ੍ਹਾਂ ਉਹਨਾਂ ਨੂੰ ਪਾਇਆ ਗਿਆ। ਸ਼ਾਇਦ ਅਸੀਂ ਵੀ ਉੱਥੇ ਹੁੰਦੇ। ਇਹ ਬਹੁਤ ਘੱਟ ਆ, ਬੰਦੇ ਨੂੰ ਸਿਚੁਏਸ਼ਨ 'ਚ ਪਾਓ ਤੇ ਫਿਰ ਬੰਦੇ ਨੂੰ ਯਾਦ ਆਵੇ ਕਿ ਆਹ ਕੰਮ ਕਰਨਾ ਹੈ ਤੇ ਆਹ ਕੰਮ ਨਹੀਂ ਕਰਨਾ, ਭੁੱਲ ਜਾਂਦਾ। ਸਾਡੇ ਕੋਲ ਇੱਥੇ ਇੱਕ RCMP ਦਾ ਆਫੀਸਰ ਸੀਗਾ, ਤੇ ਉਹ ਬਹੁਤ ਮਤਲਬ ਮੋਸਟ ਆਫ ਦਾ ਟਾਈਮ he just spent his time to cry and to just mourn, those kind of activities. ਤੇ ਮੈਨੂੰ ਜਿਹੜੇ ਉੱਥੇ ਇੱਕ ਦੋ ਉਹਨਾਂ ਦੇ AWI ਕੰਮ ਕਰਦੇ ਸੀਗੇ ਅੰਦਰ, ਜਿਹੜੇ ਕੇਅਰ ਕਰਦੇ ਆ, ਉਹਨਾਂ ਨੇ ਕਿਹਾ ਵੀ ਮਿਸਟਰ ਸਿੰਘ, if you have time, can you actually interact this individual, please have some interaction with him, spend some time. ਮੈਂ ਉਹਦੇ ਨਾਲ ਥੋੜ੍ਹੀ ਬਹੁਤੀ ਕਿਤੇ ਕਿਤੇ ਗੱਲ ਕਰਿਆ ਕਰਨੀ। ਤੇ ਮੁੜ ਕੇ ਗੱਲ ਇਹ ਹੋਈ ਕਿ ਉਹਨੇ ਫਿਰ ਸਟੋਰੀ ਦੱਸੀ ਆਪਣੀ। ਸਟੋਰੀ ਇਹ ਸੀਗੀ ਕਿ ਬੜੀ ਵਧੀਆ ਜੌਬ ਸੀਗੀ, ਆਫਿਸਰ ਸੀਗਾ, ਸਭ ਠੀਕ ਚੱਲ ਰਿਹਾ। ਕਿਤੇ ਘਰ ਕੋਈ ਪ੍ਰੋਗਰਾਮ ਬਣਿਆ ਸੀਗਾ ਤੇ ਰੂਟੀਨ 'ਚ ਜਿਵੇਂ ਜੌਬ ਹੈਗੀ, ਓਵਰ ਡਿਮਾਂਡਿੰਗ ਹੈ, ਬੜਾ ਉੱਥੇ ਟਾਈਮ ਕੰਜ਼ਿਊਮਿੰਗ ਇੱਕ ਤਰ੍ਹਾਂ ਦਾ ਕੈਰੀਅਰ ਆ। ਤਾਂ ਸਾਰੇ 'ਚ ਅਕਸਰ ਇਹ ਚੀਜ਼ਾਂ ਹੋ ਜਾਂਦੀਆਂ। ਅੱਜ ਵੀ ਕੋਈ ਪ੍ਰੋਮਿਸ ਕੀਤਾ ਘਰ, ਉਹ ਡਿਲੀਵਰ ਨਹੀਂ ਕਰ ਪਾਇਆ, ਵਾਪਸ ਆਇਆ ਲੇਟ ਸੀਗਾ। ਵਾਈਫ ਨੇ ਆ ਕੇ ਥੋੜ੍ਹਾ ਉਹਨੇ ਜਿਹੜਾ ਹੈਗਾ ਸ਼ਾਊਟ ਕੀਤਾ, ਉਹਨੇ ਕਿਹਾ ਵੀ ਇਸ ਤਰੀਕੇ ਨਾਲ ਅੰਦਰ ਖਿੱਚ ਸੀਗੀ ਕਿਸੇ ਐਡੇ। ਹੁਣ ਆਪ ਨੂੰ ਪਤਾ ਅਸੀਂ ਤਾਂ ਕੋਈ ਛੋਟਾ ਮੋਟਾ ਦੇਖ ਲਈ, ਕਿਸੇ ਕਿਸਮ ਦੀ ਕੋਈ ਰੋਬਰੀ, ਕੋਈ ਕਿਸੇ ਕਿਸਮ ਦੀ ਕੋਈ ਵਾਇਲੈਂਸ, ਕੋਈ ਇਹੋ ਜਿਹੀ ਚੀਜ਼, ਤੇ ਜਿਹੜੇ ਰੋਜ਼ ਡੀਲ ਕਰਦੇ ਇਹਨਾਂ ਦੇ ਨਾਲ। ਸੋ ਅੰਦਰ ਦਾ ਸਟ੍ਰੈਸ, ਉਹਦੇ ਆਪਣੇ ਸਟ੍ਰੈਸਸ ਬੜੇ ਹਾਈ ਸੀਗੇ ਉਸ ਦਿਨ ਕਿਤੇ। ਤੇ ਸਾਰੇ ਮਾਹੌਲ ਦੇ ਵਿੱਚ ਅਖੀਰ ਵਾਈਫ ਨਾਲ ਆਰਗੂਮੈਂਟ ਹੋਣਾ ਸ਼ੁਰੂ ਹੋ ਗਿਆ। ਆਰਗੂਮੈਂਟ ਹੋਇਆ, ਉਹਨੇ ਕੁਝ ਵਰਡਸ ਕਹਿ ਦਿੱਤੇ, ਉਹਨੂੰ ਬੜੇ ਬੁਰੇ ਲੱਗੇ ਤੇ ਉਹਨੂੰ ਲਿਟਰਲੀ ਤੌਰ ਤੇ ਕਹਿ ਦਿੱਤਾ ਕਿ ਇਫ ਯੂ ਸੇ ਵਨ ਮੋਰ ਵਰਡ ਆਮ ਗੋਨਾ ਸ਼ੂਟ ਯੂ। ਗੁੱਸਾ ਹੁੰਦਾ, ਮੂਮੈਂਟ ਆਫ ਹੀਟ। ਉਹਨੇ ਕਿਹਾ ਓਕੇ, ਹਾਊ ਡੇਅਰ ਯੂ ਕੈਨ ਸੇ ਇਟ, ਇਫ ਯੂ ਹੈਵ ਐਨੀ ਐਕਚੁਅਲੀ ਹਾਰਟ ਔਰ ਹੈਰ ਕਰੇਜ, ਡੂ ਇਟ, ਲੈਟਸ ਸੀ, ਯੂ ਆਰ ਕਾਵਰਡ। ਇਹੋ ਜਿਹੇ ਲਫ਼ਜ਼ ਕਹੇ, ਆ ਗਿਆ ਗੁੱਸਾ, ਕੱਢ ਦੇ।
ਕੱਢ ਕੇ ਉਹਨੇ ਮੱਥੇ ਤੇ ਰੱਖਤੀ, ਚਲਾ ਹੁਣ। ਕਹਿੰਦਾ ਐਕਚੁਅਲੀ ਗੱਲ ਸਾਡੀ ਇੱਥੋਂ ਸ਼ੁਰੂ ਹੋਈ ਕਿ ਅਸੀਂ ਉੱਥੇ ਕੁਝ ਨਾ ਐਕਟੀਵਿਟੀਜ਼ ਕਰਦੇ ਸੀਗੇ ਕਿ ਜੇ ਸਾਨੂੰ ਰੱਬ ਸੋਚ ਸਾਡੇ ਕੋਲ ਆ ਜਾਏ ਤੇ ਰੱਬ ਸਾਨੂੰ ਆ ਕੇ ਇਹ ਅਪੋਰਚੁਨਿਟੀ ਦੇ ਕਿ ਮੈਂ ਤੁਹਾਨੂੰ ਕੋਈ ਇੱਕ ਇਹੋ ਜਿਹਾ ਕੰਮ ਕਰਨ ਨੂੰ ਦੇਣਾ ਜਿਹੜਾ ਤੁਹਾਡੀ ਵਿਸ਼ ਆ, ਉਹ ਅੱਜ ਕੰਮ ਕਰ ਲਓ। ਸੋ what would we prefer to do? ਕਿਹੜਾ ਪ੍ਰੈਫਰੇਬਲ ਕੰਮ ਹੋਏਗਾ ਸਾਡਾ ਜਿਹਨੂੰ ਅਸੀਂ ਕਹਾਂਗੇ ਕਿ ਹਾਂ ਆ ਅਸੀਂ ਕਰਨਾ ਚਾਹੁੰਦੇ ਹਾਂ। ਤੇ ਉਹ ਕਹਿੰਦਾ ਪਹਿਲਾਂ ਤਾਂ ਕਹਿੰਦਾ ਨਹੀਂ ਨਹੀਂ ਐਸਾ ਹੋ ਨਹੀਂ ਸਕਦਾ। ਅਸੀਂ ਕਿਹਾ ਚਲੋ ਇੱਕ ਹਿਪੋਥੈਟਿਕ ਸਿਚੁਏਸ਼ਨ ਹੈ, ਅਸੀਂ ਜਸਟ ਅਸਿਊਮ ਕਰਦੇ ਹਾਂ ਇਹੋ ਜਿਹੀ ਚੀਜ਼ ਕਿਤੇ ਨਹੀਂ ਹੋਣੀ, ਪਰ ਸਪੋਜ਼। ਕਾਫੀ ਦੇਰ ਸੋਚ ਕੇ ਕਹਿੰਦਾ ਮੈਂ ਨਾ ਆਈ ਰੀਲੀ ਵਾਂਟ ਟੂ ਮੇਕ ਏ ਟਾਈਮ ਮਸ਼ੀਨ। ਮੈਂ ਟਾਈਮ ਮਸ਼ੀਨ ਬਣਾਉਣੀ ਚਾਹੁੰਦਾ। ਉਹ ਕਿਉਂ ਭਾਈ ਟਾਈਮ ਮਸ਼ੀਨ ਕਿਉਂ? ਕਹਿੰਦਾ ਮੈਂ ਰਿਵਾਈਂਡ ਕਰਕੇ ਨਾ ਟਾਈਮ ਉੱਥੇ ਲੈ ਜਾਣਾ ਚਾਹੁੰਦਾ ਤਾਂ ਕਿ ਮੈਂ ਉਹ ਜਿਹੜੇ just few seconds of my life, I want to eliminate them. I want to relive them. I want to actually redo them properly. ਹੁਣ ਆ ਜਿਹੜੀ ਇੱਕ ਇੱਕੋ ਛੋਟੀ ਜੀ ਬਾਤ ਆ, ਇਹ ਕੀ ਹੈ? ਉਦੋਂ ਅਹਿਸਾਸ ਭੁੱਲ ਗਿਆ ਹਿਊਮਨ ਲਾਈਫ ਦੀ ਕੀ ਵੈਲਿਊ ਹੁੰਦੀ ਹੈ। ਉਦੋਂ ਅਹਿਸਾਸ ਭੁੱਲ ਗਿਆ ਰਿਲੇਸ਼ਨਸ਼ਿਪ ਕੀ ਹੁੰਦੀ ਹੈ। ਉਦੋਂ ਅਹਿਸਾਸ ਭੁੱਲ ਗਿਆ ਕਿ ਕੋਈ ਗੱਲ ਨਹੀਂ, ਕਿਸੇ ਦੀ ਗੱਲ ਸੁਣ ਲੈਣੀ, ਕਿਸੇ ਨੂੰ ਆਪਣੀ ਸੁਣਾ ਲੈਣੀ, ਇਹ ਕੋਈ ਵੱਡੀ ਗੱਲ ਨਹੀਂ ਹੈ। ਲੈਟਸ ਬਾਏ ਸਮ ਟਾਈਮ, ਲੈਟਸ ਐਕਚੁਅਲੀ ਫੋਰਗੇਟ ਐਕਚੁਅਲੀ ਦਿਸ ਸਿਚੁਏਸ਼ਨ ਐਂਡ ਜਸਟ ਆਪਣੇ ਆਪ ਨੂੰ ਦੂਜੇ ਨੂੰ ਕਹਿਤਾ ਜਾਏ ਕਿ ਪਲੀਜ਼ ਫੋਰਗਿਵ ਮੀ, ਵੀ ਵਿਲ ਟਾਕ ਆਫਟਰਵਰਡ, ਥੋੜੇ ਸਮੇਂ ਬਾਅਦ ਗੱਲ ਕਰਾਂਗੇ। ਇਸ ਤਰੀਕੇ ਨਾਲ ਕੁਛ ਇਹੋ ਜਿਹਾ ਹੋ ਜਾਏ, ਪਰ ਉਦੋਂ ਇਹ ਅਹਿਸਾਸ ਰਹੇ ਮਨ ਦੇ ਵਿੱਚ। ਬਾਣੀ ਪੜ੍ਹਨੀ, ਕੀਰਤਨ ਸੁਣਨਾ, ਸਤਸੰਗਤ ਕਰਨੀ, ਇਹ ਸਲਾਹੁਤਾ ਆ। ਪਰ ਇਹ ਸਾਰੀ ਸਲਾਹੁਤਾ, ਇਹਦੀ ਕੋਈ ਇਵੈਲੂਏਸ਼ਨ ਨਹੀਂ ਕਰ ਸਕਦਾ, ਕੋਈ ਕੁਛ ਨਹੀਂ, ਕਿਉਂਕਿ ਇਹਨੇ ਉਹ ਕੰਮ ਕਰਨਾ ਹੈ, ਤੁਹਾਡੇ ਅੰਦਰ ਤੋਂ ਸੁਰਤਿਆਬ ਕਰਨਾ ਹੈ ਤੁਹਾਨੂੰ। ਤੁਹਾਡੇ ਇੱਕ ਬਹੁਤ ਡੀਪ ਲੈਵਲ ਤੇ ਤੁਹਾਡੇ ਫੇਥ ਤੇ ਬਲੀਵ ਦੇ ਵਿੱਚ ਕੁਝ ਚੀਜ਼ਾਂ ਪਾਉਣੀਆਂ ਨੇ, ਤੇ ਉਹਨਾਂ ਚੀਜ਼ਾਂ 'ਚ ਇਹ ਅਹਿਸਾਸ ਆ ਜਾਣਾ ਹੈ ਕਿ ਜੋ ਮਰਜ਼ੀ ਹੋ ਜਾਏ, ਮੈਂ ਆਪਣੇ ਜੀਵਨ ਦੇ ਸ਼ੁਭ ਗੁਣ ਨਹੀਂ ਗਵਾਉਣੇ, ਜਿਹਦੇ 'ਚ ਪੇਸ਼ੈਂਸ ਆ, ਜਿਹਦੇ 'ਚ ਵਿਜ਼ਡਮ ਆ, ਜਿਹਦੇ 'ਚ ਕੰਪੈਸ਼ਨ ਆ, ਜਿਹਦੇ 'ਚ ਐਂਪਥੀ ਹੈ। ਇਹ ਜਿਹੜੀਆਂ ਚੀਜ਼ਾਂ, ਇਹ ਰੱਬ, ਇਹ ਸਾਰੇ ਰੱਬ ਦਾ ਪਰਛਾਵਾਂ ਨੇ, ਉਹਦੇ ਨਾਮ ਦਾ ਪਰਛਾਵਾਂ ਨੇ। ਇਹਦੇ 'ਚ ਸੁੱਖ ਮਿਲਦਾ ਆ। ਜਿਹੜਾ ਬੰਦਾ ਇਸ ਸਾਰੇ ਨੂੰ ਸੁਲਾਹੁੰਦਾ ਆ, ਉਹ ਸੱਚ ਦਾ ਰੂਪ ਆ, ਉਹ ਰੱਬ ਦਾ ਰੂਪ ਆ। ਗੁਰੂ ਅਮਰਦਾਸ ਸਾਹਿਬ ਇਹ ਕਹਿ ਰਹੇ ਨੇ। ਬਚਨ ਫਿਰ ਦੇਖਿਓ ਇਸ ਨੂੰ। ਮਹਾਰਾਜ ਬਿਆਨ ਕਰਦੇ, ਹਉ ਵਾਰੀ ਜਿਉ ਵਾਰੀ ਸੱਚ ਸਲਾਹਣਿਆ। ਜਿਹੜੇ ਸੱਚ ਨੂੰ ਸਲਾਹੁੰਦੇ, ਜਿਹੜੇ ਇਹਦੇ 'ਚ ਆਪਣੇ ਆਪ ਨੂੰ ਇਸ ਐਕਟੀਵਿਟੀ ਦੇ ਨਾਲ ਆਪਣੀ ਐਸੋਸੀਏਸ਼ਨ ਬਿਲਡ ਕਰਦੇ। ਅੱਜ ਦੀ ਦੁਨੀਆ ਦੇ 'ਚ ਤੇ ਬਹੁਤ ਜ਼ੋਰ ਦਿੱਤਾ ਜਾ ਰਿਹਾ, ਕਿਉਂਕਿ ਜਿਹੜੀ ਮਿਜ਼ਰੀ ਹੈ ਹਿਊਮਨ ਮਾਈਂਡ ਦੀ, ਦੈਟ ਇਜ਼ ਅਨਕੰਟਰੋਲੇਬਲ। ਮਤਲਬ ਤੁਸੀਂ ਦੇਖੋ 6-6, 7-7 ਸਾਲ ਦੇ ਬੱਚਿਆਂ ਨੂੰ ਕਿਹੜੀ ਗੇਮ ਸਭ ਤੋਂ ਵੱਧ ਜਿਹੜੀ ਹੈਗੀ ਏ ਅਟਰੈਕਟ ਕਰ ਰਹੀ ਹੈ? ਫੋਰਟਨਾਈਟ, ਵਾਇਲੈਂਸ। ਕੋਈ ਗੇਮ, ਮੈਂ ਤੇ ਬੱਚਿਆਂ ਨਾਲ ਗੱਲ ਕਰ ਰਿਹਾ ਸੀ ਇੱਕ ਵਾਰੀ, ਉਹ ਗੇਮ ਪਲੇ ਕਰ ਰਿਹਾ ਤਾਂ ਮੈਂ ਕਿਹਾ ਵੀ ਵਾਈ ਆਰ ਯੂ ਪਲੇਇੰਗ ਦਿਸ ਗੇਮ। ਮੈਂ ਕੁਝ ਸਾਲ ਪਹਿਲਾਂ ਨਾ ਮਾਈਨਕ੍ਰਾਫਟ ਬਾਰੇ, ਉਹੋ ਜਿਹੀਆਂ ਗੇਮਾਂ ਬਾਰੇ ਦੇਖ ਰਿਹਾ ਸੀਗਾ, ਤੇ ਮੈਂ ਕਿਹਾ ਵਾਈ ਆਰ ਯੂ ਪਲੇਇੰਗ ਮਾਈਨਕ੍ਰਾਫਟ, ਹੈ ਨਾ? ਉਹ ਕਹਿੰਦਾ ਆਈ ਕੈਨ ਸਟਾਰਟ ਦੈਟ ਵਨ, ਲੈਟਸ ਡੂ ਇਟ। ਦੇਖਿਆ ਉਹਦੇ 'ਚ ਵੀ ਵਾਇਲੈਂਸ ਪਾਈ ਸਾਰੇ, ਕੋਈ ਕਿਤੇ ਛੱਡਿਆ ਹੀ ਨਹੀਂ। ਮਤਲਬ ਉਹਨੂੰ ਕਿਸੇ ਲੈਵਲ ਤੇ ਚੇਂਜ ਕੀਤਾ, ਸਪੀਡਿੰਗ ਉਹਦੇ 'ਚ ਪਾ ਦਿੱਤਾ, ਹਰ ਚੀਜ਼ ਦੇ ਵਿੱਚ। ਸੋ ਇਸ ਕਿਸਮ ਦੀ ਜਿਹੜੀ ਮਿਜ਼ਰੀ ਲਗਾਤਾਰ ਬੰਦੇ ਦੇ ਦਿਮਾਗ ਵਿੱਚ, ਸੁਰਤ 'ਚ ਭਰੀ ਜਾ ਰਹੀ ਹੈ, ਤੇ ਆਪ ਅਹਿਸਾਸ ਕਰੋ ਇਸ ਸਭ ਦੇ ਵਿੱਚੋਂ ਸਮਾਜ ਕੈਸਾ ਨਿਕਲੇਗਾ। ਸਾਊਥ ਆਫ ਦਾ ਬਾਰਡਰ ਹਾਲਤ ਦੇਖੋ ਅੱਜ ਕੀ ਹੈ। ਸਾਨੂੰ ਤੇ ਲੱਗਦਾ ਵੀ ਸ਼ਾਇਦ ਇਸ ਤਰੀਕੇ ਨਾਲ ਨਹੀਂ, ਕਿ ਬਲੈਕ ਲਾਈਵ ਮੈਟਰ ਜਿਹੜੀ ਹੈਗੀ ਮੂਵਮੈਂਟ ਚੱਲ ਰਹੀ ਹੈ ਤੇ ਸਭ ਚੀਜ਼ਾਂ ਹੋ ਰਹੀਆਂ ਨੇ। ਜਿਹੜੇ ਲੋਕ ਉਸ ਲੈਵਲ ਤੇ ਪੋਰਟਲੈਂਡ ਦੇ ਵਿੱਚ ਜਾਂ ਹੋਰ ਸ਼ਹਿਰਾਂ ਦੇ ਜਿਸ ਕਿਸਮ ਦੇ ਨਾਲ ਚੀਜ਼ਾਂ ਐਕਸਪੀਰੀਅੰਸ ਕਰ ਰਹੇ ਨੇ, ਤੁਸੀਂ ਅਹਿਸਾਸ ਨਹੀਂ ਕਰ ਸਕਦੇ ਸਭ ਦੇ ਵਿੱਚ। ਤੇ ਇਹ ਇਟਸ ਨੋਟ ਐਕਚੁਅਲੀ, ਯੂ ਕੈਨ ਸੇ, ਜਿਵੇਂ ਗੁਰੂ ਨਾਨਕ ਸਾਹਿਬ ਨੇ, ਗੁਰੂ ਨਾਨਕ ਸਾਹਿਬ ਦੇ ਤਲਵੰਡੀ ਵਿੱਚ ਤੇ ਕੁਝ ਵੀ ਨਹੀਂ ਸੀ ਹੋ ਰਿਹਾ। ਨਥਿੰਗ ਵਾਜ਼ ਹੈਪਨਿੰਗ ਇਨ ਤਲਵੰਡੀ, ਗੁਰੂ ਨਾਨਕ ਸਾਹਿਬ। ਤਲਵੰਡੀ ਵਾਜ਼ ਟੋਟਲੀ ਸੇਫ, ਟੋਟਲੀ ਐਕਚੁਅਲੀ ਗੁੱਡ, ਨਾਈਸ, ਐਵਰੀਥਿੰਗ ਵਾਜ਼ ਫਾਈਨ। ਜਦੋਂ ਗੁਰੂ ਨਾਨਕ ਸਾਹਿਬ ਉੱਥੇ ਰਹਿ ਰਹੇ, ਉਹਨਾਂ ਨੂੰ ਤੇ ਕੋਈ ਅਸਰ ਨਹੀਂਗਾ। ਬਾਬਰ ਆਵੇ ਨਾ ਆਵੇ, ਤਲਵੰਡੀ ਤੋਂ ਉਹਨੇ ਆਉਣਾ ਹੀ ਨਹੀਂਗਾ। ਉਹਨਾਂ ਦੇ ਕੋਲ ਕੋਈ ਕਿਸੇ ਕਿਸਮ ਦੇ ਨਾਲ ਸਿਕੰਦਰ ਲੋਧੀ ਚੜ ਕੇ ਨਹੀਂ ਆਇਆ। ਪਰ ਸੱਚ ਆ, ਜਿਹੜੀ ਆਲੇ ਦੁਆਲੇ ਅੱਗ ਲੱਗੀ ਹੈ, ਜੇ ਉੱਥੇ ਨਾ ਬੁਝਾਈ ਗਈ, ਉੱਥੋਂ ਤੱਕ ਵੀ ਪਹੁੰਚੇਗੀ। ਤੇ ਇਹਦੇ ਬਾਬਤ ਇਹ ਹੈ ਕਿ ਇਹਨੂੰ ਇੱਕ ਹੋਰ ਲੈਵਲ ਤੇ ਦੇਖਣਾ।
ਔਸ਼ਵਾ ਸਾਡੇ ਘਟਨਾ ਵਾਪਰੀ ਵਾਇਲੈਂਸ ਦੀ ਬੜੀ ਵੱਡੀ, ਤੁਸੀਂ 2 ਦਿਨ ਪਹਿਲਾਂ ਨੋਟਿਸ ਕੀਤੀ ਹੋਣੀ। ਤੇ ਉਹਦੇ ਬਾਬਤ ਮੈਂ CBC ਤੇ ਕੁਝ ਇੰਟਰਵਿਊ ਸੁਣ ਰਿਹਾ ਸੀਗਾ, ਤੇ ਉੱਥੇ ਇੱਕ ਨੇਬਰ ਨੂੰ ਇੰਟਰਵਿਊ ਕਰ ਰਿਹਾ, ਤੇ ਨੇਬਰ ਕਹਿ ਰਹੀ ਹੈ ਕਿ ਸਾਨੂੰ ਤੇ ਪਤਾ ਨਹੀਂ, ਦੇਰ ਵੈਰੀ ਐਕਚੁਅਲੀ ਪੀਸਫੁਲ ਫੈਮਿਲੀ, ਕਿਡਸ ਵਰ ਵੈਲ ਬਿਹੇਵਿੰਗ। ਇਹੋ ਜਿਹੀ ਉਹਨਾਂ ਨੇ ਰਿਪੋਰਟ ਇਸ ਕਿਸਮ ਨਾਲ ਦਿੱਤੀ ਹੈ। ਅੰਡਰ ਕਰਟਨ ਬਿਹਾਈਂਡ ਦਾ ਸੀਨ ਸਮਥਿੰਗ ਵਾਜ਼ ਐਕਚੁਅਲੀ ਉਹ ਕੁਛ ਉਸ ਲੈਵਲ ਤੇ ਹੋ ਰਿਹਾ ਸੀਗਾ ਸਾਰੇ ਦਾ ਸਾਰਾ। ਠੀਕ, ਬੁਰੇ ਨੂੰ ਮਾੜੇ ਨੂੰ ਲੋਕੀ ਇਸ ਕਿਸਮ ਨਾਲ ਵੇਖ ਕੇ ਵੀ ਕਹਿੰਦੇ ਨਹੀਂ ਨਹੀਂ ਕੁਛ ਚੰਗਾ ਸੀਗਾ ਪਰਿਵਾਰ ਦੇ 'ਚ, ਇਹ ਸਭ ਚੀਜ਼ਾਂ ਹੋਈਆਂ। ਪਰ ਸਪੋਜ਼ ਕਰੋ ਜਿਸ ਨੇਬਰਹੁੱਡ ਦੇ 'ਚ ਕੋਈ ਪਰਿਵਾਰ ਆ, ਤੇ ਪਰਿਵਾਰ ਸਾਰਾ ਹੀ ਗੁੱਡ ਕਰ ਰਿਹਾ ਹੈ, ਚੰਗਾ ਕਰ ਰਿਹਾ ਹੈ। ਸਾਡੇ ਇਸੇ ਸ਼ਹਿਰ ਦੇ ਮਿੱਤਰ ਨੇ, ਉਹਨਾਂ ਨੇ ਓਕਵਿਲ ਇੱਕ ਬਿਜ਼ਨਸ ਲਿਆ, ਤੇ ਬਿਜ਼ਨਸ ਬੜਾ ਵਧੀਆ ਚੱਲ ਰਿਹਾ ਉਸ ਤਰੀਕੇ ਦੇ ਨਾਲ। ਤੇ ਉਹ ਅਕਸਰ ਉੱਥੇ ਵਾਈਟ ਕਮਿਊਨਿਟੀ ਦੇ ਵਿੱਚੋਂ ਖਾਸ ਕਰਕੇ ਜਿਹੜੇ ਨੇ ਜਿਊਜ਼ ਉਹ ਆਉਂਦੇ, ਉਹਨਾਂ ਦੇ ਜ਼ਿਆਦਾਤਰ ਗਾਹਕ ਉਹ ਸੀਗੇ। ਤੇ ਉਹਨਾਂ ਨੇ ਖੁਦ ਮੈਨੂੰ ਇਹ ਗੱਲ ਸੁਣਾਈ। ਤੇ ਉਹ ਇੱਕ ਦਿਨ ਕਿਤੇ ਉਹ ਜਿਵੇਂ ਰੂਟੀਨ 'ਚ ਕੋਈ ਕਸਟਮਰ ਆ ਰਿਹਾ, ਤੇ ਉਹਦੇ ਨਾਲ ਇੱਕ ਤਰ੍ਹਾਂ ਦਾ ਸਾਂਝ ਬਣ ਗਈ। ਦੇ ਆਰ ਐਕਚੁਅਲੀ ਕਾਈਂਡ ਆਫ ਫਰੈਂਡਸ, ਦੇ ਹੈਵ ਸਮ ਕਾਈਂਡ ਆਫ ਜਨਰਲ ਟਾਕ ਵੈਨ ਐਵਰ ਐਕਚੁਅਲੀ ਸ਼ੀ ਕਮਜ਼ ਔਨ ਹਰ ਸਟੋਰ। ਉਹ ਸਾਰੀ ਗੱਲਬਾਤ ਹੋਣੀ। ਤੇ ਉਹ ਕਹਿੰਦੇ ਕਿ ਸਾਰਾ ਗੱਲਬਾਤ ਹੋਣ ਦੇ ਦੌਰਾਨ ਇੱਕ ਦਿਨ ਮੈਨੂੰ ਪੁੱਛਦੀ ਆ ਕੇ ਵੀ ਤੂੰ ਨਹੀਂ ਸੀ ਇੱਥੇ 3-4 ਦਿਨ ਹੋ ਗਏ। ਤੂੰ ਕਹਿੰਦੀ ਮੇਰੇ ਅਸਲ 'ਚ ਨਾ ਬੇਟੇ ਦੀ ਲਾ ਸਕੂਲ ਦੇ 'ਚ ਓਰੀਐਂਟੇਸ਼ਨ ਸੀਗੀ, ਮੈਂ ਉੱਥੇ ਗਈ ਸੀਗੀ, ਇਸ ਕਿਸਮ ਦੀਆਂ ਗੱਲਾਂ ਹੋਣ ਲੱਗੀਆਂ। ਉਹ ਕਹਿੰਦੀ ਯੂ ਆਰ ਕੁਆਇਟ ਯੰਗ, ਡੂ ਯੂ ਹੈਵ ਦੈਟ ਐਕਚੁਅਲੀ, ਇਤਨੇ ਓਲਡ ਬੱਚੇ ਵੀ ਹੈਗੇ ਤੇਰੇ? ਕਹਿੰਦੇ ਹਾਂ ਹਾਂ। ਉਹਨੇ ਸਾਰੀ ਗੱਲਬਾਤ ਦੱਸੀ। ਫਿਰ ਉਹਨੇ ਦੱਸਿਆ ਬੱਚੇ ਕਰਦੇ ਕੀ ਨੇ, ਉਹਨੇ ਉਹਦੇ ਬਾਰੇ ਦੱਸਿਆ, ਹਸਬੈਂਡ ਕੀ ਕਰਦਾ, ਸਾਰੀਆਂ ਗੱਲਾਂ ਬਾਤਾਂ ਹੋਈਆਂ। ਅਖੀਰ ਉਹ ਉਸ ਦਿਨ ਤੇ ਚਲੀ ਗਈ। 2 ਦਿਨ ਬਾਅਦ ਆਈ, ਤੇ 2 ਦਿਨ ਬਾਅਦ ਆ ਕੇ ਕਹਿੰਦੀ ਵੀ ਯੂ ਨੋ ਪਲੀਜ਼ ਅਲਾਓ ਮੀ ਟੂ ਬਾਏ ਲੰਚ ਫॉर ਯੂ, ਮੈਂ ਤੇਰੇ ਵਾਸਤੇ ਮੈਂ ਤੈਨੂੰ ਲੰਚ ਕਰਾਉਣਾ ਚਾਹੁੰਦੀ ਹਾਂ। ਤੇ ਉਹ ਕਹਿੰਦੀ ਵੀ ਸੌਰੀ ਵੀ ਮੈਂ ਤੇ ਕੋਈ ਗੱਲ ਨਹੀਂ, ਤੈਨੂੰ ਲੰਚ ਬਾਏ ਤੇ ਚਲ ਮੈਂ ਖੁਦ ਵੀ ਕਰ ਲਾਂਗੀ, ਕੋਈ ਗੱਲ ਨਹੀਂ, ਬਟ ਵਟ ਯੂ ਵਾਂਟ? ਕਹਿੰਦੀ ਆਈ ਵਾਂਟ ਯੂਰ ਟਾਈਮ। ਉਹ ਕਹਿੰਦੀ ਖੈਰ ਅਸੀਂ ਫਿਰ ਇੱਕ ਨਾ ਪ੍ਰੋਗਰਾਮ ਬਣਾਇਆ ਸੀ, ਟਾਈਮ ਸਪੈਂਡ ਕੀਤਾ। ਤੇ ਉਹ ਮੈਨੂੰ ਇਹ ਪੁੱਛਦੀ ਏ, ਕਹਿੰਦੀ ਕਿ ਮੈਨੂੰ ਇਹ ਦੱਸ ਵੀ ਜਿਹੜੀ ਉਹ ਮੈਜਿਕ ਪਿੱਲ ਆ ਜਿਹਦੇ ਨਾਲ ਸਾਰਾ ਕੁਝ ਕੀਤਾ ਹੈ ਤੂੰ, ਉਹ ਦੱਸ ਮੈਨੂੰ। ਕਹਿੰਦੀ ਮੈਂ ਤੇ ਸੋਚ ਹੀ ਨਹੀਂ ਸਕਦੀ ਫੈਮਿਲੀ ਲਾਈਫ ਐਵੇਂ ਦੀ ਵੀ ਹੋ ਸਕਦੀ ਹੈ। ਮੈਂ ਤੇ ਸੋਚਿਆ ਤੂੰ ਤੇ ਆ ਬਿਜ਼ਨਸ ਰਨ ਕਰਦੀ ਏ, ਤੇਰੀ ਹੋਰ ਕੋਈ ਲਾਈਫ ਹੈ ਨਹੀਂ ਗੀ, ਤੂੰ ਤੇ 24/7 ਇੱਥੇ ਹੁੰਨੀ ਹੈ ਇਸ ਕਿਸਮ ਦੇ ਨਾਲ। ਉਹ ਕਹਿੰਦੀ ਨਹੀਂ ਨਹੀਂ, ਦੈਟ ਇਜ਼ ਅ ਵੈਰੀ ਸਮਾਲ ਪਾਰਟ ਆਫ ਮਾਈ ਲਾਈਫ। ਉਹ ਕਹਿੰਦੀ ਫਿਰ ਫੈਮਿਲੀ ਦੀ ਟੇਕ ਕੇਅਰ ਕਿਵੇਂ ਕਰਦੀ? ਉਹ ਕਹਿੰਦੀ ਫੋਨ ਕਰਦੀ ਆ, ਇਸ ਤਰ੍ਹਾਂ ਕਰਦੀ ਆ, ਇਸ ਤਰ੍ਹਾਂ। ਉਹ ਖੈਰ ਉਹ ਸਾਰੇ ਦੇ ਵਿੱਚ ਅਖੀਰ ਉਹ ਕਹਿੰਦੀ ਵੀ ਯੂ ਨੋ ਸਮਥਿੰਗ ਸਟਿਲ ਮਿਸਿੰਗ, ਆਈ ਐਮ ਨੋਟ ਏਬਲ ਟੂ ਐਕਚੁਅਲੀ take a whole picture or understand whole picture. Can you tell me anything else except all these activities you guys do? ਉਹ ਕਹਿੰਦੀ ਹਾਂ। ਕਿ ਕਹਿੰਦੀ ਗੱਲ ਇਹ ਹੈ ਕਿ ਸਾਡਾ ਪਹਿਲਾਂ ਤਾਂ ਰੂਟੀਨ 'ਚ ਹੁੰਦਾ ਸੀ, ਪਰ ਹੁਣ ਅਸੀਂ ਨਿਤਨੇਮ ਇਕੱਠਾ ਕਰਦੇ ਹਾਂ, ਅਸੀਂ ਬਾਣੀ ਇਕੱਠੇ ਪੜ੍ਹਦੇ ਹਾਂ, ਅਸੀਂ ਕੁਝ ਇਹੋ ਜਿਹੀਆਂ ਐਕਟੀਵਿਟੀਜ਼ ਰੱਖੀਆਂ ਨੇ ਜਿਹੜੀਆਂ ਸਪਿਰਿਚੁਅਲਿਟੀ ਦੇ ਲੈਵਲ 'ਤੇ ਨੇ, ਮਤਲਬ ਸਪਿਰਿਚੁਅਲ ਸਾਈਡ ਤੋਂ, ਉਹ ਅਸੀਂ ਐਜ਼ ਏ ਫੈਮਿਲੀ ਕਰਦੇ ਹਾਂ। ਤੇ ਉਦੋਂ ਅਸੀਂ ਛੋਟੀਆਂ ਛੋਟੀਆਂ ਚੀਜ਼ਾਂ ਵੀ ਡਿਸਕਸ ਕਰਦੇ ਹਾਂ। ਰੱਬ ਦੂਰ ਨਹੀਂ ਗਾ ਕਿਤੇ ਵੀ, ਰੱਬ ਤੁਹਾਡੇ ਆਲੇ ਦੁਆਲੇ ਹੀ ਹੈ, ਤੁਹਾਡੇ ਵਿੱਚ ਹੀ ਹੈ। ਜਦੋਂ ਤੁਹਾਨੂੰ ਸਲਾਹਤਾ, ਜਦੋਂ ਤੁਹਾਨੂੰ ਸਿਫਤ ਸਲਾਹ, ਜਦੋਂ ਤੁਹਾਨੂੰ ਉਹ ਚੀਜ਼ ਅਹਿਸਾਸ ਹੋ ਗਿਆ ਬੰਦਗੀ ਦਾ, ਭਗਤੀ ਦਾ, ਉਹਦੀ ਹੋਂਦ ਆ। ਗੁਰੂ ਅਮਰਦਾਸ ਸਾਹਿਬ ਦੀ ਗੱਲ ਕਰਦੇ ਇਹਦੇ 'ਚ, ਮਹਾਰਾਜ ਕਹਿੰਦੇ ਹਉ ਵਾਰੀ ਜਿਉ ਵਾਰੀ ਸੱਚ ਸਲਾਹਣਿਆ, ਜਿਹੜੇ ਇਹਦੇ 'ਚ ਲੱਗ ਜਾਂਦੇ, ਇਹਨੂੰ ਸਲਾਹੁੰਦੇ। ਅਗਲਾ ਬਚਨ ਲਿਖਿਆ, ਸੱਚ ਧਿਆਇਨ ਸੇ ਸੱਚ ਰਾਤੇ, ਸੱਚੇ ਸੱਚ ਸਮਾਵਣਿਆ। ਸੱਚ ਧਿਆਇਨ ਸੇ ਸੱਚ ਰਾਤੇ, ਜਿਹੜੇ ਸੱਚ ਨੂੰ ਧਿਆਉਂਦੇ ਉਹ ਸੱਚ ਵਿੱਚ ਰਤ ਜਾਂਦੇ, ਸੱਚ ਵਿੱਚ ਰਤ ਜਾਂਦੇ। ਐਥੀਕਲੀ ਸਟਰੋਂਗ ਹੋਣਾ। ਕੋਈ ਸੁਸਾਇਟੀ, ਕੋਈ ਸਮਾਜ, ਕੋਈ ਇੰਡੀਵਿਜੂਅਲ ਉਨੀ ਦੇਰ ਤੱਕ ਤਰੱਕੀ ਨਹੀਂ ਕਰਦਾ ਜਿੰਨੀ ਦੇਰ ਤੱਕ ਉਹ ਐਥੀਕਲੀ ਸਾਊਂਡ ਨਹੀਂ ਹੁੰਦਾ। ਜਦੋਂ ਸਮਾਜਾਂ ਦੇ ਵਿੱਚ ਗਿਰਾਵਟ, ਨਿਗਰਤਾ ਆਉਂਦੀ ਹੈ, ਇਹ ਰੂਟਸ ਤੋਂ ਆਉਂਦੀ ਹੈ। ਤੇ ਰੂਟਸ ਆਰ ਪ੍ਰਿੰਸੀਪਲਸ, ਰੂਟਸ ਆਰ ਐਥਿਕਸ। ਜੇ ਤੁਸੀਂ ਆਪਣੇ ਆਪ ਨੂੰ ਕਿਸੇ ਲੈਵਲ ਤੇ ਸਟਰੋਂਗ ਕਰਨਾ ਆ, ਮੈਨੂੰ ਥੋੜਾ ਯਾਦ ਪੈਂਦਾ ਸ਼ਾਇਦ ਇੱਕ ਮੂਵੀ ਸੀਗੀ ਹਾਲੀਵੁੱਡ ਦੀ ਬਣੀ, ਕਾਫੀ ਸਾਲ ਪਹਿਲਾਂ ਦੀ ਗੱਲ ਆ, ਸ਼ਾਇਦ ਮੈਟਾਡੋਰ ਨਾਂ ਆ ਉਹਦਾ, ਕੁਝ ਇਸ ਕਿਸਮ ਦੇ ਨਾਲ। ਜਿਹੜੇ ਉਹ ਬੰਦੇ ਹੁੰਦੇ ਨੇ ਮਤਲਬ ਹਾਇਰ ਕਰਕੇ ਲੋਕਾਂ ਨੂੰ ਮਾਰਦੇ ਨੇ, ਜਿਨ੍ਹਾਂ ਨੂੰ ਕਹਿੰਦੇ ਕਿ ਪੇਡ ਕਿਲਰਸ। ਉਹ ਸ਼ਖਸ ਆ ਤੇ ਉਹ ਕਿਸੇ ਨੂੰ ਉਸ ਤਰੀਕੇ ਨਾਲ ਸ਼ੂਟ ਕਰਦਾ ਆ, ਤੇ ਸ਼ੂਟ ਕਰਨ ਤੋਂ ਬਾਅਦ he was in actually ਰਸ਼ ਟੂ ਐਸਕੇਪ,
ਐਂਡ ਹੀ couldn't do it properly। ਉਸ ਤਰੀਕੇ ਨਾਲ ਉਹ ਕਿਤੇ ਫਸ ਜਾਂਦਾ, ਸਟਕ ਹੋ ਜਾਂਦਾ ਸਿਕਿਉਰ ਅਥਾਰਟੀਜ਼ ਦੇ ਆਲੇ ਦੁਆਲੇ ਖੁਦ ਹੋ ਜਾਂਦੀਆਂ ਨੇ। ਫਿਰ ਇੱਕ ਆਰਡੀਨਰੀ ਬੰਦਾ ਹੁੰਦਾ ਆਫਿਸ ਵਿੱਚ ਕੰਮ ਕਰਨ ਵਾਲਾ, ਅਤੇ ਉਹ ਉਹਦੀ ਹੈਲਪ ਕਰਦਾ ਉੱਥੋਂ ਐਸਕੇਪ ਕਰਨ ਦੇ ਵਿੱਚ। ਖੈਰ ਉਹ ਐਸਕੇਪ ਕਰਕੇ ਉਹਨੂੰ ਨਾਲ ਲੈ ਜਾਂਦਾ। ਫਿਰ ਉਹਨੂੰ ਪੁੱਛਦਾ ਕੀ ਹੋਇਆ, ਉਹ ਕਹਿੰਦਾ ਮੈਂ ਬੰਦਾ ਸ਼ੂਟ ਕੀਤਾ ਇਸ ਤਰੀਕੇ ਨਾਲ। ਅਤੇ ਉਹ ਡਰ ਜਾਂਦਾ, ਕਹਿੰਦਾ ਤੈਨੂੰ ਡਰਨ ਦੀ ਲੋੜ ਨਹੀਂ, ਆਮ ਪ੍ਰੋਫੈਸ਼ਨਲ, ਮੈਂ ਤਾਂ ਪ੍ਰੋਫੈਸ਼ਨਲ ਕੰਮ ਕੀਤਾ ਇਸ ਤਰੀਕੇ ਨਾਲ, ਮੇਰਾ ਕੋਈ ਦੁਸ਼ਮਣੀ ਸੀ ਨਾ, ਮੈਂ ਤਾਂ ਪੈਸੇ ਮਿਲੇ ਨੇ, ਕਾਇੰਡ ਆਫ ਐਜ਼ ਯੂ ਡੂ ਯੂਰ ਜੋਬ ਆਈ ਡੂ ਮਾਈ ਜੋਬ, ਦੈਟ ਇਜ਼ ਮਾਈ ਜੋਬ, ਨਥਿੰਗ ਐਲਸ। ਖੈਰ ਉਹ ਥੋੜ੍ਹੀ ਫਰੈਂਡਸ਼ਿਪ ਜੀ ਹੋ ਜਾਂਦੀ, ਘਰ ਜਾ ਕੇ ਗੱਲਾਂ ਬਾਤਾਂ ਕਰਦੇ ਥੋੜ੍ਹਾ ਬਹੁਤਾ। ਅਤੇ ਅਖੀਰ ਫਿਰ ਉਹਨੂੰ ਆਪਣਾ ਜਿਹੜਾ ਹੈਗਾ ਸਪੈਸ਼ਲ, ਉਹ ਕਹਿੰਦਾ ਵੈਸੇ ਤਾਂ ਅਸੀਂ ਬੜੇ ਅੰਡਰ ਕਵਰ ਰਹਿੰਦੇ ਹਾਂ, ਪਰ ਤੈਨੂੰ ਮੈਂ ਆਪਣਾ ਐਡਰੈਸ ਜਾਂ ਫੋਨ ਨੰਬਰ ਵਗੈਰਾ ਦੇ ਦਿੰਦਾ, ਕਦੀ ਲੋੜ ਪਈ ਤੂੰ ਕਹਿੰਦੇ ਨਹੀਂ ਨਹੀਂ ਮੈਨੂੰ ਕਦੀ ਲੋੜ ਨਹੀਂ ਪੈਣੀ ਆ, ਮੈਂ ਕਹਿੰਦਾ ਨਹੀਂ ਨਹੀਂ ਫਿਰ ਵੀ ਰੱਖ ਲੈ, ਤੂੰ ਮੈਨੂੰ ਬਚਾਇਆ ਆ, ਹੋ ਸਕਦਾ ਮੈਂ ਤੇਰੇ ਕੰਮ ਆ ਜਾ ਕਦੇ, ਤੂੰ ਮੇਰੀ ਏਡੀ ਵੱਡੀ ਫੇਵਰ ਕੀਤੀ ਹੈ। ਉਹ ਖੈਰ ਕੁਦਰਤੀ ਤੌਰ 'ਤੇ, ਹਾਲਾਂਕਿ ਉਹ ਸਟੋਰੀ ਬਣਾਈ ਹੈ, ਪਰ ਉਹਦੇ ਵਿੱਚੋਂ ਜਿਹੜੀ ਮੈਸੇਜ ਲੈਣ ਵਾਲੀ ਗੱਲ ਹੈ, ਇੱਥੇ ਬਚਨ ਜਿਹੜਾ ਆਇਆ ਨਾ, ਸਭ ਕਹਿੰਦੇ ਸੱਚ ਧਿਆਇਨ ਸੇ ਸੱਚ ਰਾਤੇ। ਮੈਂ ਕਿਹਾ ਜਿਹੜਾ ਕੋਈ ਵੀ ਇਨਸਾਨ ਧਰਤੀ ਦੇ ਉੱਤੇ ਹੈ, ਜਿੰਨੀ ਦੇਰ ਤੱਕ ਉਹ ਐਥੀਕਲੀ ਕਿਸੇ ਪ੍ਰਿੰਸੀਪਲ ਬੇਸ ਦੇ ਲਾਈਫ ਸਟਾਈਲ ਦੇ ਉੱਤੋਂ ਅਡਾਪਟ ਕਰਕੇ ਚੱਲੇਗਾ, ਜੀਵਨ ਦੇ ਵਿੱਚ ਉਤਰਾ ਚੜ੍ਹਾਅ ਆਉਣਗੇ। ਇਹ ਜਿਹੜੀ ਟਰਬੂਲੈਂਸ ਹੈ, ਇਟਸ ਅ ਪਾਰਟ ਆਫ ਲਾਈਫ, ਬਟ ਇਹ ਨਹੀਂ ਕਿ ਤੁਸੀਂ ਬਿਲਕੁਲ ਜਿਹੜਾ ਹੈਗਾ ਡਿਰੇਲ ਹੋ ਜਾਓਗੇ, ਤੁਸੀਂ ਬਿਲਕੁਲ ਆਊਟ ਆਫ ਦਾ ਟਰੈਕ ਚਲੇ ਜਾਓਗੇ। ਖੈਰ ਉਹਦੇ 'ਚ ਹੋਇਆ ਇਹ ਕਿ ਕਿਤੇ ਉਹ ਜਿਵੇਂ ਉਹ ਚਲਾ ਗਿਆ, ਉਹ ਹਫਤਾ ਕੀ ਪਿਆ, ਹਫਤੇ ਦੇ ਵਿੱਚ ਵਿੱਚ ਹੀ ਉਹਦੇ ਬੌਸ ਨੇ ਉਹਨੂੰ ਫਾਇਰ ਕਰਤਾ ਬਿਨਾਂ ਕੋਈ ਵੱਡਾ ਰੀਜ਼ਨ ਦਿੱਤਿਆ। ਉਹ ਗੁੱਸਾ ਬੜਾ ਆਇਆ, ਉਹ ਬੜਾ ਲੜਿਆ ਵੀ ਮੇਰੀ ਜੌਬ ਹੈ ਇਸ ਤਰੀਕੇ ਨਾਲ। ਅਖੀਰ ਉਹ ਕਹਿੰਦਾ ਨੋ ਵੇ, ਉਹਨੂੰ ਜਲੀਲ ਕੀਤਾ, ਨਿਕਲ ਇੱਥੋਂ। ਉਹ ਕਹਿੰਦਾ ਗੱਲ ਹੀ ਕੁਛ ਨਹੀਂ ਹੈ, ਆਪਣੇ ਕੋਲ ਤਾਂ ਪੂਰਾ ਇਲਾਜ ਇਹਦਾ, ਇਹਨੇ ਆਪਾਂ ਨੂੰ ਫਾਇਰ ਕੀਤਾ ਤੇ ਆਪਾਂ ਬੰਦਾ ਹਾਇਰ ਕਰਕੇ ਤਾਂ ਕੰਮ ਕਰਾ ਦੇ। ਮਤਲਬ ਜਦੋਂ ਮੂਵਮੈਂਟ ਆਫ ਹੀਟ ਦੀ ਮੈਂ ਗੱਲ ਕਰ ਰਿਹਾ, ਅੰਦਰ ਜਿਹੜੀ ਚੀਜ਼ ਚੱਲਦੀ ਹੈ, ਉਸਨੇ ਉਹ ਬੰਦੇ ਨੂੰ ਕਾਲ ਕੀਤੀ, ਕਹਿੰਦਾ ਇਸ ਤਰੀਕੇ ਨਾਲ। ਉਹ ਕਹਿੰਦਾ ਤੂੰ ਆ ਜਾ ਇੱਥੇ। ਉਹ ਕਹਿੰਦਾ ਕੀ ਗੱਲ ਹੋਈ? ਕਹਿੰਦਾ ਗੱਲ ਕੀ ਹੋਈ, ਮੈਨੂੰ ਜੌਬ ਤੋਂ ਕੱਢ ਦਿੱਤਾ ਉਹਨੇ, ਹੁਣ ਆਪਾਂ ਦਾ ਕੰਮ ਕਰ ਦੇਣਾ। ਉਹ ਕਹਿੰਦਾ ਤੂੰ ਪਾਗਲ ਹੈ, ਇਹਦੇ ਜਾਨ ਥੋੜਾ ਲੈ ਲਈ ਦੀ ਐਵੇਂ ਬੰਦੇ ਦੀ ਇੰਨੀ ਗੱਲ ਦੇ ਉੱਤੇ। ਕਹਿੰਦਾ ਤੂੰ ਤੇ ਕਹਿੰਦਾ ਸੀ ਤੂੰ ਤੇ ਇੱਕ ਸ਼ੂਟਰ ਆ, ਪ੍ਰੋਫੈਸ਼ਨਲ ਸ਼ੂਟਰ, ਤੇਰਾ ਕੰਮ ਤਾਂ ਸ਼ੂਟ ਕਰਨਾ। ਉਹ ਕਹਿੰਦਾ ਨਹੀਂ ਨਹੀਂ ਬਿਨਾਂ ਸ਼ੱਕ ਸ਼ੂਟ ਕਰਨਾ, ਮੈਂ ਤੇ ਕਰ ਦਿਆਂਗਾ, ਪਰ ਤੂੰ ਇਸ ਸਾਰੇ ਭਾਰ ਨੂੰ, ਇਸ ਸਾਰੇ ਦੇ ਸਾਰੇ ਕ੍ਰਾਈਮ ਨੂੰ ਆਪਣੇ ਮੋਢਿਆਂ ਤੇ ਚੱਕ ਕੇ ਕਿਵੇਂ ਜੀਏਗਾ ਸਾਰੀ ਉਮਰ? ਤੂੰ ਮੇਰੀ ਹੈਲਪ ਕੀਤੀ ਹੈ ਉਸ ਦਿਨ ਏਡੀ ਵੱਡੀ, ਮੈਂ ਉਸ ਹੈਲਪ ਦੇ ਬਦਲੇ 'ਚ ਤੈਨੂੰ ਕਿਸੇ ਨਰਕ 'ਚ ਨਹੀਂ ਪਾ ਸਕਦਾ। ਅਖੀਰ ਉਹ ਲੜ ਪੈਂਦਾ, ਉਹ ਕਹਿੰਦਾ ਮੈਂ ਅਥਾਰਟੀਜ਼ ਕੋਲ ਜਾਵਾਂਗਾ ਫਲਾਂ। ਉਹ ਕਹਿੰਦਾ ਤੂੰ ਤੇਰੀ ਮਰਜ਼ੀ, ਤੂੰ ਜਾਣਾ ਜਾ, ਜੇ ਮੈਨੂੰ ਸਜ਼ਾ ਮਿਲੇਗੀ ਤੈਨੂੰ ਮਿਲੇਗੀ, ਕਿਉਂਕਿ ਤੂੰ ਹੀ ਅਲਟੀਮੇਟਲੀ ਉਹ ਕੰਮ ਕੀਤਾ ਆ, ਤੇ ਤੂੰ ਮੇਰੇ ਕੋਲ ਇਹ ਲੈ ਕੇ ਆਇਆ ਸੀ, ਮੈਂ ਵੀ ਦੱਸਾਂਗਾ, ਸਾਡੀ ਇਹ ਗੱਲ ਆ। ਅਖੀਰ ਉਹ ਪੂਰੀ ਤਰ੍ਹਾਂ ਜਿਹੜਾ ਹੈਗਾ ਉਹਨਾਂ ਦਾ ਸਾਰਾ ਉਹ ਜਿਹੜਾ ਆਪਸ ਵਿੱਚ ਥੋੜਾ ਬਹੁਤਾ ਫਰੈਂਡਸ਼ਿਪ ਵਾਲਾ ਰਿਲੇਸ਼ਨ ਟੁੱਟ ਜਾਂਦਾ, ਤੇ ਉਹ ਚਲਾ ਜਾਂਦਾ, ਇਟਸ ਓਕੇ ਗੋ, ਆਈ ਐਮ ਨੋਟ ਗੋਇੰ ਟੂ ਡੂ ਦੈਟ। ਕੋਈ 2-4 ਹਫ਼ਤੇ ਪੈਂਦੇ ਨੂੰ ਫਿਰ ਜੌਬ ਮਿਲ ਜਾਂਦੀ, ਲਾਈਫ ਫਿਰ ਆਪਣੀ ਸਾਈਕਲ 'ਤੇ ਚੱਲਦੀ, ਸਾਰਾ ਕੁਝ ਸਮਾਂ ਲੰਘ ਜਾਂਦਾ, ਕਾਫੀ ਸਾਰਾ ਸਮਾਂ ਲੰਘਦਾ। ਤੇ ਕਿਤੇ ਇੱਕ ਪਾਰਟੀ 'ਚ ਉਹ ਇੱਕ ਦੂਜੇ ਨੂੰ ਦੇਖਦੇ ਤੇ ਉਹ ਜਿਹੜਾ ਸ਼ੂਟਰ ਸੀਗਾ ਉਹਨੇ ਸੋਚਿਆ ਵੀ ਉਹ ਇਹ ਬੜਾ ਮੇਰੇ ਤੇ ਮੈਡ ਹੋਣਾ, ਤੇ ਉਹਨੂੰ ਅਵੋਇਡ ਕਰਨ ਦੀ ਟਰਾਈ ਕਰਦਾ ਸਾਈਡ ਤੇ। ਉਹ ਭੱਜ ਕੇ ਉਹਦੀ ਬਾਂਹ ਫੜਦਾ, ਤੇ ਉਹਨੂੰ ਫਿਰ ਉਹ ਕਹਿੰਦਾ ਪਿਆ ਆਮ ਸੌਰੀ, ਮੈਂ ਉਸ ਦਿਨ ਵਾਸਤੇ ਸੌਰੀ ਹਾਂ, ਮੈਂ ਤੇਰੀ ਹੈਲਪ ਨਹੀਂ ਕਰ ਸਕਿਆ, ਬਟ ਡੋਂਟ ਐਕਚੁਅਲੀ ਮੇਕ ਐਨੀ ਸੀਨ ਓਵਰ ਹੇਅਰ, nobody knows actually what I do and I don't want to reveal myself। ਉਹ ਕਹਿੰਦਾ no I'm not actually here to reveal your secrets, I really want to say thanks to you। ਉਹ ਕਹਿੰਦਾ ਕੀ ਹੋਇਆ? ਉਹ ਫਿਰ ਉਹਨੂੰ ਸੈਪਰੇਟ ਲੈ ਗਿਆ, ਸੈਪਰੇਟ ਲਿਜਾ ਕੇ ਫਿਰ ਉਹ ਸਾਰੀ ਬਾਤ ਕਰਦਾ, ਤੁਹਾਨੂੰ ਦੱਸਦਾ ਆ, ਕਹਿੰਦਾ ਗੱਲ ਇਹ ਹੈ ਕਿ ਤੂੰ ਨਾ ਬਸ ਮੈਨੂੰ ਬਚਾ ਹੀ ਲਿਆ। ਕਹਿੰਦਾ ਤੇ ਮੈਨੂੰ ਬਾਅਦ ਵਿੱਚ ਪਤਾ ਲੱਗਾ, ਮੈਂ ਕਿਤੇ ਹੋਰ ਜੌਬ ਕਰਨ ਲੱਗ ਗਿਆ, ਸਾਰਾ ਕੁਝ, ਫਿਰ ਜਿਹੜਾ ਮੇਰਾ ਬੌਸ ਸੀਗਾ ਉੱਥੇ ਉਹ ਮੈਨੂੰ ਮਿਲਿਆ, ਮੈਨੂੰ ਪਤਾ ਲੱਗਾ ਮੇਰੀ ਜੌਬ ਤੇ ਕਦੇ ਦੀ ਚਲੀ ਜਾਣੀ ਸੀ। ਉਹ ਕੱਲਾ ਮੇਰਾ ਜਿਹੜਾ ਮੈਨੇਜਰ ਬੌਸ ਸੀਗਾ ਮੇਰਾ, ਉਹੀ ਮੇਰੀ ਜੌਬ ਬਚਾ ਰਿਹਾ ਸੀਗਾ, ਮੈਨੂੰ ਜ਼ਰੂਰ ਫਾਇਰ ਕਰਤਾ, ਉਹ ਤੇ ਮੇਰੇ ਵਾਸਤੇ ਫਿਰ ਵੀ ਲੜਦਾ ਰਿਹਾ ਉੱਥੇ। He was kind of angel for me, and I had so much guilt inside me, I really actually want to kill him। ਮੈਨੂੰ ਮਾਰਨਾ ਚਾਹੁੰਦਾ ਸੀਗਾ। ਫਿਰ ਸਾਰਾ ਕੁਝ ਸੋਚ ਕੇ ਮੈਨੂੰ ਤੇਰੇ ਬਾਰੇ ਅੰਦਰ ਖਿਆਲ ਆਇਆ, ਕੈਸਾ ਬੰਦਾ ਹੋਏਗਾ ਤੂੰ, ਕਿੱਡੇ ਵੱਡੇ ਪਾਪ ਤੋਂ ਬਚਾਇਆ ਤੂੰ। ਜਦੋਂ ਬਾਣੀ ਪੜ੍ਹਦੇ ਆ ਨਾ ਗੁਰੂ ਤੇਗ ਬਹਾਦਰ ਸਾਹਿਬ, ਪਤਾ ਕੀ ਕਹਿੰਦੇ? ਮਨ ਅਚੇਤ ਪਾਪ ਤੇ ਡਰ ਰੇ। ਜਦੋਂ ਮਨ ਅਚੇਤ ਆ ਨਾ, ਇਹਨੂੰ ਬਿਲਕੁਲ ਹੀ ਡਰ ਨਹੀਂ ਲੱਗਦਾ। ਜਿੱਦਣ ਸੁਚੇਤ ਹੁੰਦਾ, ਅਵੇਅਰ ਹੁੰਦਾ, ਓ ਹੋ ਲੋਕਾਂ ਨੂੰ ਨਾਈਟ ਮੇਅਰਸ ਆਉਂਦੇ ਤੇ ਰੋਜ਼ ਕਾਉਂਸਲਿੰਗ ਵਿੱਚ ਇਹਨਾਂ ਸਭ ਚੀਜ਼ਾਂ ਨਾਲ ਡੀਲ ਕਰਦੇ, ਸੋ ਨਹੀਂ ਪਾਉਂਦੇ, ਕਈ ਕਿਸਮ ਦੀਆਂ ਚੀਜ਼ਾਂ ਹੁੰਦੀਆਂ, ਪੈਰਾਨੋਇਡਸ ਹੁੰਦੇ। ਜਦੋਂ
रूट से चले जाते हो फिर पता लगता हो आ भार चुक्या मोढियां ते आ चीज़ आ रही है। इस सारे तो अज ही बचिया जा सकता है। बाणी पढ़ो, सिमरन करो, अपने आप ਨੂੰ ਇਹੋ ਜਿਹੀਆਂ ਚੀਜ਼ਾਂ ਨਾਲ ਐਸੋਸੀਏਟ ਕਰੋ, ਅੰਦਰ ਦਾ ਜ਼ਮੀਰ ਸੋਏ ਨਾ, ਅਚੇਤ ਨਾ ਹੋਏ, ਸੁਚੇਤ ਹੋ ਜਾਏ। ਜਦੋਂ ਵੀ ਕਿਤੇ ਸਿਚੁਏਸ਼ਨ ਹੋਏਗੀ ਬੰਦੇ ਨੂੰ ਅਹਿਸਾਸ ਹੋਏਗਾ ਕੀ ਕਰਨ ਯੋਗ ਹੈ ਕੀ ਨਹੀਂ ਕਰਨ ਯੋਗ। ਇਹੀ ਭਗਤੀ ਦਾ ਫਾਇਦਾ, ਇਹੀ ਬੰਦਗੀ ਦਾ ਫਾਇਦਾ। ਅਦਰਵਾਈਜ਼ ਬੰਦਾ ਕਰ ਜਾਂਦਾ ਮੁੜ ਕੇ, ਜਿਵੇਂ ਕਹਿੰਦੇ ਸਾਡੇ ਕੋਈ ਸੰਚਿਤ ਕਰਮ ਹੁੰਦੇ ਨੇ, ਇੱਕ ਕਮਾਨ ਵਿੱਚ ਤੀਰ ਪਾਇਆ ਤੇ ਤੀਰ ਚਲਾ ਦਿੱਤਾ। ਜਦੋਂ ਤੀਰ ਚਲਾ ਦਿੱਤਾ ਤੇ ਉਸ ਤੋਂ ਬਾਅਦ ਪਤਾ ਲੱਗਾ ਓਹੋ ਇਹ ਇੱਧਰ ਤੇ ਜਾਣਾ ਨਹੀਂ ਸੀ ਚਾਹੀਦਾ ਤੀਰ। ਨਾਓ ਯੂ ਡੋਂਟ ਹੈਵ ਐਨੀ ਕੰਟਰੋਲ, ਯੂ ਕੈਨ ਓਨਲੀ ਫੇਸ ਦ ਕੌਨਸੀਕੁਐਂਸਿਸ ਦੈਟ ਟਾਈਮ। ਬੰਦੇ ਨੂੰ ਜਿਹੜਾ ਉਦੋਂ ਉਹਨੂੰ ਸਜ਼ਾ ਮਿਲਦੀ ਹੈ, ਗੁਰੂ ਬਾਬਾ ਜੀ ਕਹਿੰਦੇ ਇਹ ਸਿਫਤ ਸਲਾਹ, ਇਹ ਬਾਣੀ, ਇਹ ਬੰਦਗੀ, ਇਹ ਭਗਤੀ, ਇਹ ਸਭ ਤੋਂ ਤੈਨੂੰ ਬਚਾ ਸਕਦੀ ਹੈ। ਇੱਥੇ ਗੁਰੂ ਅਮਰਦਾਸ ਸਾਹਿਬ ਨੇ ਕਿਹਾ ਸੱਚ ਧਿਆਇਨ ਸੇ ਸੱਚ ਰਾਤੇ, ਉਹਦੇ ਦੋਸਤ ਬਣ ਗਏ ਹੋ। ਤੇ ਫਿਰ ਮੈਂ ਤਾਂ ਮੂਵੀ ਦੀ ਗੱਲ ਕਰਕੇ ਤੁਹਾਨੂੰ ਦੋ ਜਿਹੜਾ ਹੈਗਾ ਇਨ ਜਨਰਲ ਜਿਹੜੇ ਹਿਊਮਨ ਬੀਇੰਗ ਸੀ ਉਹਨਾਂ ਦੀ ਡਾਇਲੋਗ ਗੱਲਬਾਤ ਸੁਣਾਈ ਹੈ। ਸਾਡੇ ਅੰਦਰ ਆਲਰੇਡੀ ਦੋ ਥਾਟਸ ਪ੍ਰੋਸੈਸ ਹੁੰਦੇ ਨੇ ਹਰ ਟਾਈਮ, ਐਂਡ ਦੇ ਹੈਵ ਸਮ ਕਾਈਂਡ ਆਫ ਡਿਸਕਸ਼ਨ। ਇੱਕ ਥਾਟ ਕਹਿੰਦਾ ਆ ਕੰਮ ਕਰਤਾ ਜਾਏ, ਦੂਜਾ ਕਹਿੰਦਾ ਨੋ ਦੈਟਸ ਅਨਐਪਰੋਪਰੀਏਟ। ਇੱਕ ਥਾਟ ਕਹਿੰਦਾ ਇਟਸ ਓਕੇ, who care, ਦੂਜਾ ਕਹਿੰਦਾ no that's very actually it's not ethically, it's not good, it's illegal, it's actually inappropriate, I cannot allow you to do। ਇਹਦੇ ਜੰਗ ਚੱਲ ਰਹੀ ਹੈ। ਇਹ ਜੰਗ ਵੀ ਬੰਦੇ ਦੇ ਅੰਦਰ ਨਹੀਂ ਹੋਣੀ ਚਾਹੀਦੀ, ਇਹ ਦੁਬਿਧਾ ਵੀ ਨਹੀਂ ਹੋਣੀ ਚਾਹੀਦੀ, ਪਰ ਇਹ ਹੁੰਦੀ ਹੈ। ਪਰ ਇਸ ਦੁਬਿਧਾ ਦੇ ਵਿੱਚ ਜੇ ਤੁਸੀਂ ਚੰਗਿਆਈ, ਅੱਛਾਈ ਤੇ ਆਪਣੇ ਅੰਦਰ ਦੇ ਉਸ ਸ਼ੁਭ ਨੂੰ ਜਤਾਉਣਾ ਆ, ਉਹਨੂੰ ਫੀਡ ਕਰੋ। ਉਹਨੂੰ ਫੀਡ ਕਰਨ ਵਾਸਤੇ ਵਿਚਾਰ, ਖਿਆਲ, ਬਾਣੀ, ਸੰਗਤ ਇਹ ਲੈ ਕੇ ਆਓ। ਜੇ ਲਗਾਤਾਰ ਜੁੜਦੇ ਰਹੋਗੇ ਫਿਰ ਇੱਕ ਦਿਨ ਹੋ ਸਕਦਾ ਉਹਦੀ ਐਸੋਸੀਏਸ਼ਨ ਉਹਦੇ ਨਾਲ ਐਸੀ ਪੱਕੀ ਬਣ ਜਾਏ, ਐਸੀ ਦੋਸਤੀ ਬਣ ਜਾਏ, ਫਿਰ ਉਹ ਟੁੱਟ ਨਹੀਂ ਸਕਦੀ, ਫਿਰ ਉਹ ਦੂਰ ਨਹੀਂ ਹੋ ਸਕਦੀ। ਮੈਂ ਪੈਸੀਫਿਕ ਸੀ ਕਾਫੀ ਸਮਾਂ ਪਹਿਲਾਂ, ਬਿਕੋਜ਼ ਆਮ ਗਿਵਿੰਗ ਸਮ ਲਿਵਿੰਗ ਐਗਜ਼ਾਮਪਲ, ਵੀ ਕੈਨ ਐਕਚੁਅਲੀ ਸੀ ਸਮਥਿੰਗ ਇਨ ਐਕਚੁਅਲੀ ਜਿਹੜਾ ਹੈਗਾ ਅਸੀਂ ਉਹਨੂੰ ਅਹਿਸਾਸ ਸਕੀਏ। ਤੇ ਉੱਥੇ ਇੱਕ ਸੱਜਣ ਉਹ ਬਾਤ ਸੁਣਾਉਂਦੇ, ਤੇ ਉਹਨਾਂ ਐਕਚੁਅਲੀ ਇੱਕ ਹੋਰ ਆਪਣੇ ਦੋਸਤ ਨੂੰ ਇੰਟਰੋਡਿਊਸ ਕੀਤਾ ਮੈਨੂੰ। ਤੇ ਮੈਂ ਉਹ ਪੁੱਛਿਆ ਵੀ ਇਹ ਤੁਹਾਡੇ ਬਾਰੇ ਬੜੀ ਚਰਚਾ ਕਰਦਾ, ਕਹਿੰਦਾ ਵੈਸੇ ਮਤਲਬ ਮੈਨੂੰ ਪਿਆਰ ਕਰਦਾ ਇਸ ਕਰਕੇ। ਉਹ ਕਹਿੰਦਾ ਨਹੀਂ ਜੀ ਨਹੀਂ, ਇਹਦੇ ਕਰਕੇ ਇਹ ਸਾਰਾ ਕੁਛ, ਇਹੀ ਬੰਦਾ ਜਿਹੜਾ ਹੈਗਾ ਮੇਰਾ ਸਭ ਤੋਂ ਮਤਲਬ ਬੈਸਟ ਬਡੀ ਹੈ, ਸਭ ਉਸ ਤਰੀਕੇ ਨਾਲ। ਫਿਰ ਉਹਨੇ ਆਪਣੀ ਕੋਈ ਪਿਛਲੀ ਜ਼ਿੰਦਗੀ ਸੁਣਾਈ ਜਿਹਦੇ ਵਿੱਚ ਬਹੁਤ ਕੁਛ ਖਰਾਬ ਸੀਗਾ, ਬੜੀ ਗੜਬੜ ਸੀਗੀ। ਕਹਿੰਦੇ ਕਰਦਿਆਂ ਕਰਦਿਆਂ ਥੋੜੀ ਬਦਲੀ, ਠੀਕ ਹੋਈ, ਫਿਰ ਇਹਦੇ ਨਾਲ ਦੋਸਤੀ ਲੱਗ ਗਈ। ਇਹਨੂੰ ਹੌਲੀ ਹੌਲੀ ਕਰਕੇ ਮੈਂ ਚੀਜ਼ਾਂ ਰਿਵੀਲ ਕੀਤੀਆਂ, ਇਹਨੇ ਹੋਰ ਮੇਰਾ ਸਾਥ ਵਧਾਇਆ। ਅਖੀਰ ਇੱਕ ਵਾਰ ਫਿਰ ਹਾਲਤ ਐਸੀ ਬਣੀ ਕਿ ਐਕਚੁਅਲੀ ਬੋਥ ਵਰ ਵਰਕਿੰਗ ਇਨ ਸਟਾਕ ਸਾਈਡ, ਸਟਾਕ 'ਚ ਕੰਮ ਕਰਦੇ। ਤੁਹਾਨੂੰ ਪਤਾ ਸਟਾਕ ਦੇ ਵਿੱਚ ਜਿਹੜਾ ਗਰੀਡ ਆ, ਲਾਲਚ ਆ, ਉਹ ਡਰਾਈਵ ਕਰਦਾ ਬੰਦੇ ਨੂੰ। ਤੇ ਇੱਕ ਤਰ੍ਹਾਂ ਦਾ ਇਹ ਲੀਗਲ ਗੈਂਬਲਿੰਗ ਆ ਜੇ ਸਹੀ ਲੈਵਲ ਤੇ ਦੇਖਿਆ ਜਾਏ, ਸਟਾਕ ਤੇ ਬਹੁਤ ਡੀਪਲੀ ਇਨਵੋਲਵ ਹੋ ਜਾਂਦਾ। ਤੇ ਅਕਸਰ ਮੈਂ ਦੇਖਿਆ ਬਹੁਤ ਸਾਰੇ ਲੋਕ ਜਿਹੜੇ ਕੁਝ ਸਮੇਂ ਦੇ ਵਿੱਚ ਹੀ ਮਿਲੀਅਨੀਅਰ ਹੋ ਜਾਂਦੇ ਨੇ, ਤੇ ਕੁਝ ਸਮੇਂ 'ਚ ਹੀ ਪਤਾ ਲੱਗਦਾ ਵੀ ਦੇ ਆਰ ਟੋਟਲੀ ਅੰਡਰ ਡੈਟ, तो सब कुछ चला गया। वो कहते सिचुएशन ऐसी अकर हुई कि I was again under actually kind of a lot of debt and I wasn't able to handle that whole situation। वो सारे दे विच मन विच आया कि ਆਪਾਂ ਨਾ ਕੁਝ ਹੁਣ ਆਪਣੇ ਆਪ ਨੂੰ, ਮੈਨੂੰ ਨੀਂਦ ਨਹੀਂ ਆ ਰਹੀ, ਡਾਕਟਰ ਕਹਿ ਰਿਹਾ ਮੈਡੀਸਿਨ ਖਾ ਲੈ ਸਾਰਾ ਕੁਝ। ਤੇ ਮੈਨੂੰ ਐਕਸਪੀਰੀਅੰਸ ਹੈ ਹੀ ਇਹ ਪੁਰਾਣਾ ਵੀ ਮੈਂ ਨਸ਼ਾ ਪੱਤਾ ਕਰਕੇ ਸੌਂ ਜਾਂਦਾ ਸੀਗਾ। ਤੇ ਕੋਈ ਗੱਲ ਨਹੀਂ, ਜ਼ਿੰਦਗੀ 'ਚ ਉੱਤੇ ਥੱਲੇ ਚੱਲਦਾ ਹੀ ਰਹਿੰਦਾ ਆ। ਤੇ ਆਪਾਂ ਥੋੜਾ ਦੁਬਾਰਾ ਲੈ ਲੈਂਦੇ ਹਾਂ। ਤੇ ਐਕਚੁਅਲ ਲੈਵਲ ਤੇ ਉਹਦੀ ਜਿਹੜੀ ਹੈ ਲੀਵਰ ਦੀ ਸਰਜਰੀ ਹੋਈ ਸੀਗੀ। ਪਹਿਲਾਂ ਉਹ ਬਹੁਤ ਉਸ ਲੈਵਲ ਤੇ ਇਨਵੋਲਵ ਹੋ ਕੇ ਵਾਪਸ ਪਰਤਿਆ ਸੀਗਾ। ਜਦੋਂ ਹੁਣ ਬੰਦੇ ਨੂੰ ਲੱਗਾ ਕਿ ਥੋੜਾ ਸਮਥਿੰਗ ਇਜ਼ ਰੋਂਗ, ਯੂ ਨੋ ਆਮ ਗੋਣਾ ਡੂ ਸਮਥਿੰਗ ਰੋਂਗ, ਕਹਿੰਦਾ ਕਿਸੇ ਤਰੀਕੇ ਨਾਲ ਮੈਂ ਇਹਨੂੰ ਦੱਸਤਾ, ਇਹਨੂੰ ਆਪਣਾ ਬੜੀ ਬੈਸਟ ਦੱਸ ਰਿਹਾ ਸੀਗਾ। ਜਿਵੇਂ ਉਹਨੂੰ ਦੱਸਿਆ, ਉਹ ਕਹਿੰਦਾ ਵੀ ਸੱਜਣਾ ਗੱਲ ਇਹ ਹੈ ਵੀ ਪਹਿਲਾਂ ਤੇ ਇਹ ਵੀ ਤੂੰ ਇਹ ਦੱਸ ਇਹ ਸੋਚਿਆ ਕਿਵੇਂ, ਦੂਸਰਾ ਇਹ ਵੀ ਤੂੰ ਹੁਣ ਹਿੰਮਤ ਕਿਵੇਂ ਕਰੇਗਾ ਉੱਥੇ ਜਾਣ ਦੀ, ਹੋ ਹੀ ਨਹੀਂ ਸਕਦਾ। ਉਹ ਕਹਿੰਦਾ ਤੂੰ ਮੈਨੂੰ ਰੋਕ ਸਕਦਾ, ਨਨ ਆਫ ਯੂਰ ਬਿਜ਼ਨਸ। ਕਹਿੰਦਾ ਹੂ ਕੇਅਰ, ਤੂੰ ਵੈਸੇ ਵੀ ਤੇ ਮਰੇਗਾ ਹੀ ਨਾ, ਸ਼ਰਾਬ ਪੀ ਕੇ ਕੁਛ ਕਰਕੇ, ਆਪਾਂ ਤੈਨੂੰ ਆਪਣੇ ਹੱਥਾਂ ਨਾਲ ਮਾਰ ਦਿਆਂਗੇ।
ਬਟ ਆਈ ਕੈਨ ਨੋਟ ਅਲਾਉ ਯੂ ਟੂ ਡੂ ਇਟ। ਕਹਿੰਦਾ ਖੈਰ ਉਹ ਸਿਚੁਏਸ਼ਨ ਕਿਸੇ ਤਰੀਕੇ ਨਾਲ ਹੌਲੀ ਹੌਲੀ ਸੰਭਲੀ। ਕਹਿੰਦਾ ਇਹ ਤੁਹਾਡੇ ਸਾਹਮਣੇ ਆ, ਸਾਰਾ ਕੁਝ ਠੀਕ ਹੈ। ਹੁਣ ਬਾਤ ਜਿਹੜੀ ਹੈਗੀ ਇੱਕ ਆਮ ਧਰਤੀ ਤੋਂ ਐਗਜ਼ਾਮਪਲ ਦਿੱਤੀ ਹੈ, ਤੁਹਾਡੇ ਅੰਦਰ ਵੀ ਥਾਟਸ ਨੇ ਐਂਡ ਦੇ ਹੈਵ ਸਮ ਕਾਈਂਡ ਆਫ ਸਟਰਗਲ। ਜਿਹਨੂੰ ਫੀਡ ਕਰੋਗੇ, ਜੋ ਥਾਟ ਤਗੜਾ ਹੋਇਆ, ਮਾੜੇ ਜਿਹੜੇ ਖਿਆਲ ਆਉਣੇ ਨੇ, ਵਿਚਾਰ ਆਉਣੇ ਨੇ, ਉਹਨਾਂ ਨੂੰ ਉਹ ਵਿਨਰ ਨਹੀਂ ਬਣਨ ਦੇਣਗੇ। ਗੁਰੂ ਬਾਬਾ ਜੀ ਕਹਿੰਦੇ ਸੱਚ ਰਾਤੇ, ਇਹ ਹੈ ਐਕਚੁਅਲ ਲੈਵਲ ਤੇ ਤੁਹਾਡੀ ਐਸੋਸੀਏਸ਼ਨ ਸੱਚ ਦੇ ਨਾਲ। ਗੁਰੂ ਅਮਰਦਾਸ ਸਾਹਿਬ ਸੱਚ ਧਿਆਇਨ ਸੇ ਸੱਚ ਰਾਤੇ, ਸੱਚੇ ਸੱਚ ਸਮਾਵਣਿਆ। ਅਜੇ ਹੁਣੇ ਨਾਲ ਦੇ ਹਾਲ 'ਚ ਕਥਾ ਕਰ ਰਿਹਾ ਸੀਗਾ, ਫਿਊਨਰਲ ਤੋਂ ਬਾਅਦ ਪ੍ਰੋਗਰਾਮ ਸੀਗਾ। ਬਾਬਾ ਕਬੀਰ ਜੀ ਸ਼ਬਦ ਰਾਗੀ ਗਾ ਰਹੇ ਸੀਗੇ, ਬਹੁਰ ਹਮ ਕਾਹੇ ਆਵੇਂਗੇ, ਆਵਣ ਜਾਣ ਹੁਕਮ ਤਿਸੇ ਕਾ, ਹੁਕਮੈ ਬੂਝ ਸਮਾਵੇਂਗੇ। ਮਤਲਬ ਇਹ ਕਿ ਜਿਹੜੀ ਸੈਲਵੇਸ਼ਨ ਆ ਨਾ, ਬਾਬਾ ਕਬੀਰ ਜੀ ਕਹਿੰਦੇ ਇਟਸ ਅ ਪ੍ਰੈਕਟੀਕਲ ਚੀਜ਼, ਇਟਸ ਅ ਪ੍ਰੈਕਟੀਕਲ ਥਿੰਗ। ਇਟਸ ਨੋਟ ਐਕਚੁਅਲੀ ਜਸਟ ਜਿਹੜੀ ਉਸ ਤਰੀਕੇ ਨਾਲ ਹੈ ਕਿ ਕੋਈ ਤੁਸੀਂ ਇਮੈਜਿਨ ਕਰਦੇ ਹੋ। ਕਹਿੰਦੇ ਆਵਣ ਜਾਣ ਹੁਕਮ ਤਿਸੇ ਕਾ, ਉਹਨੇ ਹੁਕਮ ਹੀ ਸਥਾਪਿਤ ਕੀਤਾ ਆ। ਪਰ ਜਿੰਨੇ ਹੁਕਮ ਨੂੰ ਬੁੱਝ ਲਿਆ, ਤੇ ਹੁਕਮ ਨੂੰ ਬੁੱਝਣਾ ਕੀ ਹੈ? ਜੀਵਨ ਨੂੰ ਇੱਕ ਐਸੇ ਲਹਿਜ਼ੇ ਵਿੱਚ ਜੀਣਾ ਕਿ ਅਲਟੀਮੇਟਲੀ ਬੰਦਾ ਜਦੋਂ ਸਾਰੇ ਜੀਵਨ ਨੂੰ ਜੀ ਕੇ ਪਿੱਛੇ ਮੁੜ ਕੇ ਦੇਖੇ, ਸ਼ਾਂਤੀ ਮਹਿਸੂਸ ਹੋਏ, ਸ਼ੁਕਰ ਹੈ ਇੱਕ ਜ਼ਿੰਦਗੀ ਭਰਪੂਰ ਜੀ ਹੈ। ਫਿਰ ਉਸ ਤੋਂ ਬਾਅਦ ਕੋਈ ਦੁਬਾਰਾ ਸਭ ਕਹਿੰਦੇ ਫਿਰ ਮੁਕਤੀ ਹੈ। ਇੱਥੇ ਗੁਰੂ ਸਾਹਿਬ ਨੇ ਕਿਹਾ ਜਿਹੜੇ ਸੱਚ ਰਾਤੇ ਸੱਚੋ ਸੱਚੇ ਸੱਚ ਸਮਾਵਣੇ ਆ, ਉਹ ਸੱਚ ਦਾ ਰੂਪ ਹੋ ਗਏ, ਰੱਬ ਦਾ ਰੂਪ ਹੋ ਗਏ, ਮੁਕਤ ਹੋ ਗਏ। ਰਹਾਓ ਸ਼ੁਰੂਆਤੀ ਪਦ ਆਇਆ ਦਾ, ਸੇ ਸੱਚ ਲਾਗੇ ਜੋ ਤੁਧ ਭਾਏ, ਸਦਾ ਸੱਚ ਸੇਵੈ ਸਹਿਜ ਸੁਭਾਏ। ਸੇ ਸੱਚ ਲਾਗੇ ਜੋ ਤੁਧ ਪਾਏ। ਫਿਰ ਬੇਨਤੀ ਕਰਾਂਗਾ ਕਿ ਅੱਜ ਦੇ ਇਸ ਮਾਹੌਲ ਦੇ ਵਿੱਚ ਚੀਜ਼ਾਂ ਜਿਹੜੀਆਂ ਨੇ ਉਹ ਕਈ ਵਾਰ ਪ੍ਰੋਪਰਲੀ ਸਮਝ ਨਹੀਂ ਆਉਂਦੀਆਂ। ਉਹਦਾ ਕਾਰਨ ਇਹ ਵੀ ਹੈਗਾ ਕਿ ਜਿਹੜਾ ਆਲਾ ਦੁਆਲਾ ਆ ਸਾਡਾ, ਜਿਵੇਂ ਸਪੋਜ਼ ਕਰੋ ਕਿ ਬੱਚੇ ਇੱਥੇ ਕੈਨੇਡੀਅਨ ਅਮਰੀਕਨ ਕਲਚਰ ਦੇ ਵਿੱਚ ਗੈਂਗਸ ਦੇ ਨਾਲ ਆਪਣੀ ਐਸੋਸੀਏਸ਼ਨ ਬਣਾ ਲੈਂਦੇ। ਐਥਨਿਕ ਕਮਿਊਨਿਟੀ 'ਚ ਵੱਡੀ ਸਮੱਸਿਆ ਆ। ਵੈਨਕੂਵਰ ਦਾ ਹਾਲ ਦੇਖੋ ਕੀ ਹੈ, ਇੱਥੇ ਵੀ ਕੋਈ ਚੰਗਾ ਹਾਲ ਨਹੀਂ ਹੈਗਾ ਜੇ ਤੁਸੀਂ ਡੀਪ ਲੈਵਲ ਤੇ ਦੇਖੋਗੇ। ਜਿਹੜੀ ਫੈਮਿਲੀ ਨੇ ਆਪਣਾ ਸਵੈਟ ਬਲੱਡ ਪਾ ਕੇ ਉਹਨਾਂ ਨੂੰ ਪਾਲਿਆ ਹੁੰਦਾ ਆ, ਇੱਕ ਦਿਨ ਐਸਾ ਹੁੰਦਾ ਹੈ ਉਹ ਫੈਮਿਲੀ ਬੇਈਮਾਨੀ ਹੋ ਜਾਂਦੀ ਉਹਨਾਂ ਵਾਸਤੇ। ਦੇ ਡੋਂਟ ਕੇਅਰ ਐਕਚੁਅਲੀ ਫੈਮਿਲੀ ਵੈਲਿਊਜ਼, ਦੇ ਡੋਂਟ ਕੇਅਰ ਇਵਨ ਅਬਾਊਟ ਫੈਮਿਲੀ ਐਟ ਆਲ। ਅਸੀਂ ਇਹਦੇ ਬਾਰੇ ਬੜੇ ਡੀਪ ਲੈਵਲ ਤੇ ਬਹੁਤ ਸਾਰੀਆਂ ਚੀਜ਼ਾਂ ਸਟੱਡੀ ਕੀਤੀਆਂ। ਕਾਰਨ ਕੀ ਹੋਏਗਾ? ਜਿਹੜਾ ਇੱਕ ਸਭ ਤੋਂ ਉੱਭਰ ਕੇ ਕਾਰਨ ਆ ਰਿਹਾ, ਉਹ ਕਾਰਨ ਇਹ ਆ ਰਿਹਾ ਕਿ ਬੜਾ ਮਤਲਬ ਫਾਸਟ ਪੇਸ ਤੇ ਪੈਸਾ ਕਮਾਉਣਾ, ਫਾਸਟ ਪੇਸ ਤੇ ਕੁਝ ਜਲਦੀ ਕੁਝ ਬਣ ਜਾਣਾ। ਇਸ ਤਰੀਕੇ ਦੇ ਨਾਲ ਫੈਮਿਲੀ ਇਹ ਨਹੀਂ ਬਣਨਾ ਨਹੀਂ ਚਾਹੁੰਦੀ, ਫੈਮਿਲੀ ਨੂੰ ਅਮੀਰ ਨਹੀਂ ਦੇਖਣਾ ਚਾਹੁੰਦੀ, ਫੈਮਿਲੀ ਇਹ ਨਹੀਂ ਚਾਹੁੰਦੀ ਕਿ ਉਹਨਾਂ ਕੋਲ ਵਧੀਆ ਸਪੋਰਟੀ ਤੇ ਮਹਿੰਗੀਆਂ ਕਾਰਾਂ ਨਾ ਹੋਣ, ਵਧੀਆ ਕੱਪੜੇ ਨਾ ਹੋਣ, ਵਧੀਆ ਜਗ੍ਹਾ ਤੇ ਹੋਲੀਡੇਜ਼ ਨਾ ਕਰਨ। ਫੈਮਿਲੀ ਰੀਅਲੀ ਵਾਂਟ ਟੂ ਐਕਚੁਅਲੀ ਸੀ them to doing all these things, but at the same time ਫੈਮਿਲੀ ਕਹਿੰਦੀ ਕਿ ਨਹੀਂ ਪਾਥ ਆ ਨਹੀਂ ਆ ਫੋਲੋ ਕਰ ਲਓ। ਉਹ ਕਹਿੰਦੇ ਨੋ ਨੋ ਨੋ, ਇਹ ਤੇ ਪਾਥ ਬੜਾ ਲੰਮਾ ਆ। ਪਹਿਲਾਂ ਮੈਂ ਗ੍ਰੇਡ 12 ਤੋਂ ਬਾਅਦ 4 ਸਾਲ ਦੀ BSc ਕਰਾਂਗਾ, ਫਿਰ ਮੈਂ ਜਿਹੜਾ ਹੈਗਾ MCAT ਲਿਖਾਂਗਾ, ਫਿਰ ਮੈਂ ਜਿਹੜਾ 3-4 ਸਾਲ ਦੇ ਵਿੱਚ ਜਿਹੜਾ MD ਪੂਰੀ ਕਰਾਂਗਾ, ਫਿਰ ਰੈਜ਼ੀਡੈਂਸੀ ਹੋਏਗੀ, 8-9 ਸਾਲ ਲੱਗ ਜਾਣਗੇ, ਫਿਰ ਮੈਂ ਕਿਤੇ ਜਾ ਕੇ ਕੋਈ 4-5 ਲੱਖ ਸਾਲ ਦਾ ਬਣਾਉਣ ਲੱਗਾਂਗਾ ਐਜ਼ ਏ ਫਿਜ਼ੀਸ਼ੀਅਨ, ਜੇ ਮੇਰਾ ਸਹੀ ਤਰੀਕੇ ਨਾਲ ਸਭ ਕੁਝ ਠੀਕ ਰਹਿ ਗਿਆ। ਇਟਸ ਏ ਵੈਰੀ ਲੌਂਗ ਪ੍ਰੋਸੈਸ। ਇਹਦੇ ਚੰਗਾ ਇਹ ਹੈ ਕਿ ਮੈਂ 2 ਵੱਡੀਆਂ ਡਰੱਗ ਦੀਆਂ ਡੀਲਾਂ ਕਰਾਂ, ਓਵਰਨਾਈਟ $4 ਮਿਲੀਅਨ ਆ ਜਾਏਗਾ, 4 ਮਿਲੀਅਨ ਇਨਵੈਸਟ ਕਰਕੇ 8 ਮਿਲੀਅਨ ਬਣ ਜਾਏਗਾ 2 ਸਾਲਾਂ ਦੇ ਵਿੱਚ, ਫਿਰ 16 ਐਂਡ ਦੈਨ ਆਈ ਵਿਲ ਬੀ ਮਲਟੀ ਮਿਲੀਅਨਰ। ਹੁਣ ਆਹ ਚੀਜ਼ ਕਿਉਂ ਇੰਨੀ ਜ਼ਿਆਦਾ ਉਹਨੂੰ ਅਲਿਊਰਿੰਗ ਵੇ ਨਾਲ ਅਟਰੈਕਟ ਕਰ ਰਹੀ ਹੈ? ਕਿਉਂਕਿ ਕਲਚਰ ਐਸਾ ਆ। ਉਸ ਬੱਚੇ ਨੂੰ ਜਿਸ ਫੈਮਿਲੀ ਨੇ ਆਪਣਾ ਬਲੱਡ ਤੇ ਸਵੈਟ ਪਾ ਕੇ ਵੱਡਿਆਂ ਕੀਤਾ, ਉਹਨਾਂ ਨੇ ਸਿਖਾਇਆ ਹੀ ਨਹੀਂ ਚੀਜ਼ਾਂ ਅਰਨ ਕਰਨੀਆਂ ਪੈਂਦੀਆਂ ਨੇ। ਬੱਚੇ ਚੀਜ਼ਾਂ ਇਸ ਤਰੀਕੇ ਦੇ ਨਾਲ ਇਨੀਸ਼ੀਅਲੀ ਆਪਣੇ ਆਪ ਬਣ ਨਹੀਂ ਜਾਂਦੀਆਂ। ਬੱਚਾ ਕਹਿੰਦਾ ਡੈਡ ਔਰ ਮਮ ਆਈ ਵਾਂਟ ਅ ਸਾਈਕਲ। ਉਹ ਕਹਿੰਦੇ ਗੱਲ ਹੀ ਕੁਛ ਨਹੀਂ, ਆਪਾਂ ਦੁਪਹਿਰੇ ਚੱਲਾਂਗੇ। ਨੋ ਨੋ ਰਾਈਟ ਵੇ। ਜਿਹੜਾ ਇਹਦੇ ਵਿੱਚੋਂ ਉਹਦਾ ਇੱਕ ਇੰਪਲਸਿਵ ਜਿਹੜਾ ਬਿਹੇਵੀਅਰ ਆ ਉਹ ਡਿਵੈਲਪ ਹੋਣ ਲੱਗਾ। ਉਹਨੂੰ ਇਹ ਕਿਹਾ ਜਾ ਕਿ ਬੇਟਾ ਯੈਸ ਆਈ ਲਿਸਨ ਯੂ, ਆਈ ਨੋ
you want a cycle, we will talk. पहली गल. दूसरी, we will talk in a family. Third thing, beta, why do you want a cycle? Because my friend have, a lot of actually friend have different stuff. You're gonna buy everything. तो साइकिल क्यों चाहना है? तू किते इंजॉय करना आ, राइड करना आ, इस तरीके नाल जाना आ, किते कुछ प्रॉपर रीजन होए. हुण क्या रीजनिंग प्रॉपर आ रही है? बंदा खुद, बच्चा खुद सोच रहा भी हाँ गल ठीक है. फिर अगले लेवल ते गल आएगी, ओके बच्चा, वी हैव दैट मच बजट, इस बजट चीज फिट करांगे असीं. ਜਿਹੜਾ ਹੁਣ ਮੈਥ ਵਿੱਚ ਜਿਹੜੀ ਹੈ ਫਾਈਨੈਂਸ਼ੀਅਲ ਲਿਟਰੇਸੀ ਪਾ ਰਹੇ ਨੇ ਨਾ, दैट इज एक्चुअल लेवल ते जिंदगी लर्न करन दा हिस्सा आ. सिख मीन सीकर, हु आर द सीकर ऑफ एक्चुअली लाइफ्स मैथडोलॉजी. नहीं तो होएगा कि सपोज करो बच्चे ने साइकिल मंगया, आ वाला चाहिए मैनू, माँ बाप गए, मैं भी साइकिल बारे अपने इमोशन याद आ गए ना, मैनू साइकिल नहीं सी मिलिया मेरे बचपन च, इन्ने साल हो गए, मेरा बेटा मेरी बेटी ये वास्ते तड़पेगी नहीं. बिल्कुल ठीक है. उत्थे बड़ा जिहड़ा हैगा सब तो क्रेजी साइकिल लगा या सब तो अपीलिंग लगा आ $400 वाला, $100 साइकिल मिलता सी, आ लैके आना है. इन दैट वे माई किड गोइंग टू लव मी अ लॉट बिकॉज आई एम डूइंग एक्स्ट्रा. देन एक्स्ट्रा प्यार मिलेगा वापस, ਉਹਨੂੰ केयर भी कोई नहीं हैगी. ਉਹਦੇ ਵਾਸਤੇ ਇੱਕ ਸਾਈਕਲ ਜਸਟ ਅ 2 ਵੀਲਰ ਆਬਜੈਕਟ ਹੈ, ਨਥਿੰਗ ਐਲਸ. ਉਹਨੂੰ ਹੋ ਸਕਦਾ 2 ਘੰਟੇ ਲਈ ਚੰਗਾ ਲੱਗੇ, 2 ਘੰਟੇ ਬਾਅਦ ਉਹ ਕਹੇ ਨੋ ਆਈ ਡੋਂਟ ਲਾਈਕ ਇਟ, ਯੂ ਨੋ ਡੈਡ ਫੋਰਗੇਟ ਅਬਾਊਟ ਇਟ. ਮਾਂ ਬਾਪ ਕਹਿੰਦੇ ਹੱਦ ਹੋ ਗਈ, ਇੰਨਾ ਮਹਿੰਗਾ ਲਿਆਂਦਾ ਤੂੰ ਇਸ ਤਰੀਕੇ ਨਾਲ ਕੀਤਾ, ਲੜਾਈ ਹੋ ਗਈ. ਉਹ ਐਕਚੁਅਲ ਲੈਵਲ ਜਿਹੜੇ ਸੁੱਖ ਦੇਣਾ ਸੀ ਉਹ ਸਾਰਾ ਦੁੱਖ 'ਚ ਕਨਵਰਟ ਹੋ ਗਿਆ. ਹਰ ਚੀਜ਼ ਇਸ ਤਰੀਕੇ ਦੇ ਨਾਲ ਅਸੀਂ ਕਰਾਂਗੇ, ਉਹਨੂੰ ਨਹੀਂ ਪਤਾ ਲੱਗੇਗਾ. ਜਦੋਂ ਪਤਾ ਲੱਗੇ ਚੀਜ਼ਾਂ ਪਲਾਨ ਕਰੀਦੀਆਂ ਨੇ, ਚੀਜ਼ਾਂ ਦੀ ਨੀਡ ਉਹਨੂੰ ਫੋਲੋ ਕਰੀਦਾ, ਫਿਰ ਚੀਜ਼ਾਂ ਅਰਨ ਕਰੀਦੀਆਂ ਨੇ, ਰਿਸਪੈਕਟ ਕਰੀਦੀ ਏ, ਇੰਜੋਏ ਕਰੀਦੀ ਏ. ਲਾਈਫ ਆ ਇਸ ਸਾਰੇ ਦੇ ਅੰਦਰ ਜਿਹੜੀ ਸਭ ਤੋਂ ਬੈਸਟ ਚੀਜ਼ ਹੈ ਨਾ, ਉਹ ਪਤਾ ਕੀ ਹੈ? ਵਿਜ਼ਡਮ ਤੇ ਪੇਸ਼ੈਂਸ. ਐਂਡ ਅਨਫੋਰਚੂਨੇਟਲੀ ਦੇਰ ਇਜ਼ ਨੋ ਐਨੀ ਪਿਲ ਇਨ ਸੋਸਾਇਟੀ ਇਨ ਐਕਚੁਅਲੀ pharmaceutical world which you can buy, take, and after that you can have these things. No, you have to earn it. This available source which can help us to attain or earn these special virtues, we have Gurbani, we have spiritual, these writings. यही चीज़ां ने, इन्हां तो बिना होर कुछ नहीं है. हाँ किताबां होर जगह ते भी मैं समा नहीं, अदरवाइज मैं तुहानूं बयान करदा. भाई गुरदास जी का एक पता है बड़ा लम्मा चौड़ा, गांडा मैं मिठास था छिलको न लियो दाए, दारंगो दाग बिखे बीज के हडारी है. मिठा लेना है ना, अपने पंजाब दे लोकी गन्ना भी चूप लेंदे सी, मूँह मिठा हो जांदा सी. पर किन्ना क मिठा आ है, किताबां आले दुआले ज्ञान थोड़ा बहुता, पर मॉडल बिजनेस मॉडल आ. बिजनेस मॉडल दे विच ईवन साडे असीं काउंसलिंग देखदे हां, कहिंदे नो 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 नो, यू डोंट हैव टू एक्चुअली discuss all tools and ties in one meeting. No, then you're gonna lose everything. 10-15 ਮੀਟਿੰਗਾਂ ਜਾ ਕੇ ਛੋਟੀ ਥੋੜੀ ਕਰਕੇ ਗੱਲ ਦੱਸਣੀ, ਤੁਸੀਂ ਕੋਰਸਿਸ ਕਰਾਉਣੇ, ਤੁਸੀਂ ਪੈਸੇ ਕਮਾਉਣੇ ਨੇ. ਇਹ ਬਿਜ਼ਨਸ ਮਾਡਲ ਆ. ਕਿਤਾਬਾਂ, ਸਕੂਲ ਸਿਸਟਮ ਸਾਰਾ ਕੁਝ ਇਸੇ ਤਰੀਕੇ ਦਾ ਹੀ ਹੈ. ਆਹੀ ਹੈ ਗ੍ਰੰਥ ਸਾਹਿਬ, ਸ਼ੁਰੂ ਤੋਂ ਲੈ ਕੇ ਅਖੀਰ ਤੱਕ ਬਸ ਇੱਕੋ ਚੀਜ਼ ਹੀ ਭਰੀ ਹੈ, ਮਨੁੱਖਤਾ, ਗਿਆਨ, ਸੋਝੀ, ਅਧਿਆਤਮਕਤਾ, ਜਿਹੜੀ ਸਾਡੇ ਲਈ ਸਭ ਤੋਂ ਜ਼ਿਆਦਾ ਲੋੜੀਂਦੀ. ਗੁਰੂ ਅਮਰਦਾਸ ਸਾਹਿਬ ਜੀ ਦਾ ਬਚਨ, ਮਹਾਰਾਜ ਕਹਿੰਦੇ ਸੇ ਸੱਚ ਲਾਗੇ ਜੋ ਤੁਧ ਪਾਏ. ਪਰ ਹਰ ਬੰਦੇ ਨੂੰ ਚੀਜ਼ ਅਪੀਲ ਨਹੀਂ ਕਰਦੀ. ਜਿਹਨੂੰ ਕਰਤਾਰ ਭਾ ਜਾਏ, ਜਿਹਨੂੰ ਕਰਤਾਰ ਅੰਦਰੋਂ ਚੰਗਾ ਲੱਗ ਜਾਏ. ਨਹੀਂ ਤੇ ਬਾਤ ਹੁੰਦੀ, ਮੈਂ ਕਿਹਾ ਸਾਰੀ ਗਿਆਨ ਹੁੰਦਾ ਆਲੇ ਦੁਆਲੇ, ਪਰ ਕਿਉਂਕਿ ਜਿਹੋ ਜਿਹੀਆਂ ਆਦਤਾਂ ਬਣ ਗਈਆਂ ਉਹਦੇ 'ਚ ਬੰਦਾ ਗਵਾਚ ਜਾਂਦਾ ਆ. ਅਗਲਾ ਬਚਨ ਲਿਖਿਆ ਸਾਹਿਬ ਨੇ ਕਿਹਾ ਕਿ ਸਦਾ ਸੱਚ ਸੇਵੈ ਸਹਿਜ ਸੁਭਾਏ. ਜਿਹੜੇ ਸੱਚ ਦੀ ਸੇਵਾ 'ਚ ਲੱਗ ਗਏ ਫਿਰ ਸਹਿਜ ਸੁਭਾਏ ਇਸ ਪਾਸੇ ਤੁਰੇ ਜਾਂਦੇ ਨੇ. ਸੱਚਾ ਸ਼ਬਦ ਸੱਚਾ ਸਾਲਾ ਹੀ ਸੱਚਾ ਮੇਲ ਮਿਲਾਵਣਿਆ. ਜਿਹੜੇ ਸੱਚ ਦੇ ਸ਼ਬਦ ਵਿੱਚ ਚਲੇ ਗਏ ਫਿਰ ਸੱਚ ਨੇ ਉਹਨਾਂ ਦਾ ਸੱਚ ਨਾਲ ਹੀ ਮਿਲਾਪ ਕਰਾ ਦਿੱਤਾ. ਅਧਿਆਤਮੀ ਤੌਰ ਤੇ ਗੁਰੂ ਮਹਾਰਾਜ ਜੋ ਇਹ ਬਖਸ਼ਿਸ਼ ਕਰਦੇ, ਅਸੀਂ ਸਾਰੇ ਰੰਗ ਨੂੰ ਇਸੇ ਰੂਪ ਦੇ ਵਿੱਚ ਮਾਣ ਸਕੀਏ, ਇਹ ਦਿਲੀ ਅਰਦਾਸ ਆ. ਇੰਨੀਆਂ ਕੁ ਬੇਨਤੀਆਂ ਨਾਲ ਖਿਮਾ, ਭੁੱਲਾਂ ਗਲਤੀਆਂ ਨਾ ਚਤਾਰਿਓ. ਸਮੇਂ ਦੀ ਸਮਾਪਤੀ ਹੋ ਗਈ ਹੈ, ਇੱਥੇ ਤੁਹਾਡੇ ਤੋਂ ਇਜਾਜ਼ਤ ਚਾਹਾਂਗਾ. ਰਹਿੰਦੇ ਸ਼ਬਦ ਦੀ ਵਿਆਖਿਆ ਆਉਂਦੇ ਸਮੇਂ ਵਿੱਚ
ਆਵਾਜ਼ ਦੇ ਕੇ ਕਹਿਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।